ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਅੱਜ ਤੇ ਜਤਿੰਦਰ ਜੀ ਬੜੀ ਸਪੋਰਟਸਮੈਨਸ਼ਿਪ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਹੋ, ਬੜੀ એનર્ਜੀ ਵਿਖਾਈ ਦੇ ਰਹੀ ਹੈ। ਸ਼ੁਕਰ ਹੈ ਵੈਸੇ ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਹੋ ਵੀ ਤੁਸੀਂ ਗਰਮੀ ਦੇ ਵਿੱਚ ਝੁਲਸੇ ਹੋਏ ਹੋ। ਮੈਂ ਕਦੇ ਨਹੀਂ ਕਿਹਾ। ਪਹਿਲੇ ਤੇ ਨਹੀਂ ਆ, ਸ਼ਾਇਦ ਤੁਸੀਂ ਨਹੀਂ ਜ਼ਿਆਦਾ, ਮੈਨੂੰ ਲੱਗਦਾ ਆਪਣੇ ਕੈਮਰਾਮੈਨ ਕਹਿੰਦੇ ਹੁੰਦੇ ਵੀ ਤੁਸੀਂ ਝੁਲਸੇ ਹੋਏ ਰਹਿੰਦੇ ਆ। ਨਹੀਂ, ਅੱਜ ਬੜਾ ਸਪੋਰਟਸਮੈਨ ਵਾਕਨ ਤੁਸੀਂ ਬੈਠੇ ਹੋ। ਇੱਕ ਮੇਰਾ ਰੰਗ ਉੱਦਾਂ ਦਾ ਤੇ ਦੂਸਰਾ ਗਰਮੀ ਨੇ ਮੈਨੂੰ ਐਨ ਪੱਗਰ ਕਰ ਦਿੰਦੀ ਆ। ਅੱਛਾ, ਨਹੀਂ ਮੈਂ ਅੱਜ ਥੋੜਾ, ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ ਤਾਂ ਫਿਰ ਮੈਨੂੰ ਲੱਗਦਾ ਤੁਸੀਂ ਗੱਲ ਸ਼ਾਇਦ ਉੱਥੋਂ ਹੀ ਚੱਕੀ ਆ ਵੀ ਅੱਜ ਪੂਰਾ ਪੰਜਾਬ ਇੱਕ ਖੁਸ਼ੀ ਦਾ ਰੌ ਹੋਇਆ ਸਾਡੇ ਅੰਦਰ ਨਾ। ਹਰਜਿੰਦਰ ਕੌਰ ਨੇ ਕਮਾਲ ਕਰ ਦਿੱਤਾ, 71 ਕਿਲੋ ਭਾਰ ਗ੍ਰਾਮ ਦੇ ਵਿੱਚ ਉਹਨੇ 213 ਜਿਹੜਾ ਕੁੱਲ weight lifting ਜਿੱਤੀ ਆ। ਅੱਛਾ, ਮੈਂ ਇੱਕ ਚੀਜ਼ ਸੋਚਦਾ ਸੀਗਾ ਆਪਣੇ weight ਨਾਲੋਂ 3 ਗੁਣਾ ਜ਼ਿਆਦਾ। ਹਾਂ ਵਾਕਈ। ਬਸ ਮੈਂ ਇਹ ਸੋਚਦਾ ਸੀਗਾ ਕਿ ਹਨਾ ਹਰ ਗੇਮ ਦੇ ਵਿੱਚ ਨਾ, ਜਦੋਂ ਅਸੀਂ ਟੋਕੀਓ ਦੀ ਗੱਲ ਕਰਦੇ ਹਾਂ ਤੇ ਟੋਕੀਓ ਦੇ ਵਿੱਚ ਸਾਡੇ ਐਥਲੀਟਸ ਨੇ ਕਮਾਲ ਕਰ ਦਿੱਤਾ ਸੀਗਾ, ਕਮਾਲ ਮਤਲਬ ਬੇਮਿਸਾਲ ਕਰ ਦਿੱਤਾ ਹਨਾ। ਜਦੋਂ ਹੁਣ ਅਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਹਾਂ ਤੇ ਉੱਥੇ ਸੀਗਾ ਵੀ ਜਿਹੜੀਆਂ ਟਰੈਕ ਐਂਡ ਫੀਲਡ ਸੀਗਾ, ਜਿਹੜਾ ਓਲੰਪਿਕਸ ਦੇ ਵਿੱਚ ਉਹਨੇ ਕਮਾਲ ਕੀਤਾ, ਬਹੁਤ ਧਾਤ ਮੈਡਲ ਸਾਡੇ ਟਰੈਕ ਐਂਡ ਫੀਲਡਸ 'ਚੋਂ ਆਏ ਸੀਗੇ। ਇਸ ਵਾਰ ਸਾਡੇ weight lifting 'ਚ ਆਉਂਦੇ ਆ। ਸਭ ਤੋਂ ਪਹਿਲਾਂ ਮੀਰਾਬਾਈ ਚਾਨੂ, ਫਿਰ ਹੁਣ ਇਹ ਆ ਗਿਆ ਤੇ ਕੱਲ ਅਸੀਂ ਦੇਖਿਆ ਸੀ ਕਿ ਪੱਛਮ ਬੰਗਾਲ ਦੇ ਮੁੰਡੇ ਨੇ ਵੀ weight lifting ਦੇ ਵਿੱਚੋਂ ਚਾਂਦੀ ਦਾ ਤਗਮਾ ਜਿੱਤ ਲਿਆ। ਇੱਕ ਆਪਣੇ ਆਪ ਦੇ ਵਿੱਚ ਨਾ ਇਹ ਲੱਗਦਾ ਹੈ ਕਿ ਹਰ ਕੈਟਾਗਰੀਜ਼ ਦੇ ਵਿੱਚ ਜਿਹੜਾ ਹਰ ਗੇਮ ਜਦੋਂ ਹੁੰਦੀ ਹੈ, ਚਾਹੇ ਓਲੰਪਿਕਸ ਹੋਵੇ, ਰਾਸ਼ਟਰੀ ਹੋਵੇ ਜਾਂ ਵਰਲਡ ਐਥਲੈਟਿਕਸ ਹੋਣ, ਅਸੀਂ ਨਾ ਇੱਕ ਸੈਗਮੈਂਟ ਦੇ ਵਿੱਚ ਜਾ ਕੇ ਬਹੁਤ ਵਧੀਆ ਕਰ ਲੈਂਦੇ ਹਾਂ। ਔਰ ਮੈਨੂੰ ਲੱਗਦਾ ਇਸ ਵਾਰ ਟਾਈਮ ਜਿਹੜਾ ਬਰਮਿੰਗਮ ਦੇ ਵਿੱਚ ਹੈ ਉਹ ਸਿਰਫ ਤੇ ਸਿਰਫ weight lifting ਦਾ ਹੈ। ਦੇਖੋ 7 ਮੈਡਲਸ ਸਿਰਫ weight lifting ਔਰ ਦੋ ਜੂਡੋ 'ਚ ਆਏ ਨੇ, ਔਰ weight lifting ਦੇ ਵਿੱਚ ਸਾਡੇ ਕੋਲ 3 ਗੋਲਡ ਆ ਚੁੱਕੇ। 3 ਗੋਲਡ ਆ ਚੁੱਕੇ ਨੇ weight lifting। ਠੀਕ ਹੈ ਨਾ। ਮੈਨੂੰ ਲੱਗਦਾ ਸਾਡੇ ਕੋਲ ਜਿਹੜੇ ਗੋਲਡ ਆਏ ਨੇ ਉਹ ਸਾਰੇ weight lifting 'ਚੋਂ ਨਹੀਂ ਹਾਲੇ ਤੱਕ ਕੋਈ ਹੋਰ ਕਿਸੇ ਇਵੈਂਟਸ ਵਿੱਚ ਆਇਆ। ਇੱਕ ਉਹ ਸੀਗੇ ਨਾਮ, ਉਹਨਾਂ ਦਾ ਨਾਮ ਥੋੜਾ ਟੰਗ ਟਵਿਸਟਰ ਹੈ, ਜੈਰੇਮੀ ਨੈਰੀਨੂੰਗਾ। weight lifting ਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਲਿੱਤਾ ਹੈ। ਔਰ ਦੇਖੋ ਮੀਰਾਬਾਈ ਚਾਨੂ ਵੀ ਆਪਣੇ weight ਨਾਲੋਂ 3 ਗੁਣਾ ਜ਼ਿਆਦਾ। 3 ਗੁਣਾ ਜ਼ਿਆਦਾ। ਠੀਕ ਹੈ ਨਾ, 113 ਦੇ ਕਰੀਬ। ਔਰ ਤੁਸੀਂ ਦੇਖੋ ਤਾਂ ਸਹੀ, ਕਮਾਲ ਹੋ ਰਹੀ ਆ weight lifting ਦੇ ਵਿੱਚ। ਮੀਰਾਬਾਈ ਚਾਨੂ ਦੀ ਜਦੋਂ ਗੱਲ ਕਰਦੇ ਆ ਨਾ, ਤੇ ਜਦੋਂ ਹੋਇਆ ਪਹਿਲੇ ਦਿਨ ਸਾਡਾ ਓਪਨਿੰਗ ਜਿਹੜੀ ਉਹਨਾਂ ਨੇ ਕੀਤੀ ਆ, ਤੇ ਉਹ ਬੜੀ ਕਮਾਲ ਸੀਗੀ। ਉਹ ਜਦੋਂ ਤੁਸੀਂ ਉਹਨਾਂ ਨੂੰ ਮਾਈਕ ਕੋਲ ਲੈ ਕੇ ਕਰਦੇ ਹੋ ਤਾਂ ਕਹਿੰਦੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਤੀ ਹਾਂ, ਕਿਉਂਕਿ ਉਹ ਲੈਂਗੁਏਜ ਥੋੜੀ ਉਹ ਈਸਟ ਦੀ ਆ ਤੇ ਉਹ ਐਂ ਦੀ ਲੈਂਗੁਏਜ ਹੀ ਆ, ਤੇ ਉਹ ਵੈਸੇ ਵੀ ਡਾਊਨ ਟੂ ਅਰਥ ਲੱਗਦੀ ਹੈ। ਔਰ ਉਮਰ ਦੇ ਇਸ ਪੜਾਅ ਜਿੱਥੇ ਤੁਹਾਡੇ 3-4 ਬੱਚੇ ਹੋ ਜਾਣ ਤਾਂ ਤੁਸੀਂ ਉਸ ਬੱਚਿਆਂ ਦੀ ਮਾਂ ਵੀ ਹੋ, ਤੁਸੀਂ ਉਸ ਤੋਂ ਬਾਅਦ ਆਪਣੀ ਟ੍ਰੇਨਿੰਗ ਵੀ ਕਰ ਰਹੇ ਹੋ ਔਰ ਰੈਗੂਲਰਲੀ ਤੁਸੀਂ ਪੀਕ ਤੇ ਬਣੇ ਹੋਏ ਹੋ। ਯੈਸ, ਉਸ ਲੈਵਲ ਦੇ ਉੱਤੇ ਆ ਕੇ ਤੁਸੀਂ ਕਿੰਨੀ ਤੁਹਾਨੂੰ ਅਭਿਆਸ ਦੀ ਲੋੜ ਪੈਂਦੀ ਹੈ, ਉਹ ਸਟੈਂਡਰਡ ਕਿੱਦਾਂ ਮੇਨਟੇਨ ਕਰਦੇ ਹੋ ਤੁਸੀਂ। ਔਰ ਉਮਰ ਦਾ ਪੜਾਅ ਵੀ ਤੁਸੀਂ ਦੇਖੋ ਨਾ, ਇੱਕ ਹਾਈਟ ਛੋਟੀ ਹੈ, ਮੈਨੂੰ ਲੱਗਦਾ ਕਿ ਸ਼ਾਇਦ ਉਸ ਚੀਜ਼ ਦੇ ਲਈ ਵੀ ਉਹਨਾਂ ਨੂੰ ਇੱਕ ਪਲੱਸ ਪੁਆਇੰਟ ਹੋ ਜਾਂਦਾ ਜੋ ਤੁਹਾਡੀ ਹਾਈਟ ਛੋਟੀ ਹੁੰਦੀ ਹੈ ਜਦੋਂ ਤੁਸੀਂ ਸਨੈਚ ਕਰਦੇ ਹੋ। ਪਰ 49 ਕੈਟਾਗਰੀਜ਼ ਦੇ ਵਿੱਚ 49 ਕਿਲੋਗ੍ਰਾਮ weight ਵਰਗ ਦੇ ਵਿੱਚ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਜਿਹੜੀ ਇੱਕ ਸਟਰਿੰਗ ਕਹਿ ਲਈਏ, ਜਿਹੜਾ ਇੱਕ ਕਹਿ ਲਈਏ ਕਿ ਆਪਣਾ ਦਬਦਬਾ ਬਣਾ ਰੱਖਿਆ, ਉਹ ਬੜਾ ਕਾਬਿਲੇ ਤਾਰੀਫ ਹੈ। ਕਾਬਿਲੇ ਤਾਰੀਫ ਹੈ। ਔਰ ਸਪੋਰਟਸ ਦੇ ਵਿੱਚ ਜੇ ਸਭ ਨੂੰ ਚਾਂਸ ਮਿਲੇ ਤਾਂ ਕਿੱਥੋਂ ਤੋਂ ਕਿੱਥੇ ਤੱਕ ਅਸੀਂ ਜਾ ਸਕਦੇ ਹਾਂ। ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ CM ਭਗਵੰਤ ਮਾਨ ਖੁਦ ਸਪੋਰਟਸ ਤੋਂ ਨੇ ਔਰ ਸਪੋਰਟਸ ਦੇ ਵਿੱਚ ਖਾਸ ਦਿਲਚਸਪੀ ਰੱਖਦੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਉਹਨਾਂ ਦੀ ਇਹ ਵਜ਼ਾਰਤ ਦੇ ਵਿੱਚ, ਕਿਉਂਕਿ ਹਜੇ ਤਾਂ 4-5 ਮਹੀਨੇ ਹੀ ਹੋਏ ਨੇ, ਅੱਗੇ ਜਾ ਕੇ ਸਪੋਰਟਸ ਨੂੰ ਕਾਫੀ ਤਰਜੀਹ ਦਿੱਤੀ ਜਾਏਗੀ ਤੇ ਸਾਡੇ ਪੰਜਾਬ ਦੇ ਵਿੱਚੋਂ ਵੀ ਬਹੁਤ ਜ਼ਬਰਦਸਤ ਸਪੋਰਟਸਮੈਨ ਆਉਣਗੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਰਫਾਰਮ ਕਰਨਗੇ। ਵੀ ਕੈਨ ਹੋਪ। ਸਟੇਟ ਲੈਵਲ ਦੀ ਗੱਲ ਕਰੀਏ ਤੇ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਹੈ, ਬਹੁਤ ਜ਼ਿਆਦਾ ਅੱਗੇ ਅਸੀਂ ਕਹਿ ਲਈਏ। ਹਾਲਾਂਕਿ ਬੜੇ ਸਾਰੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਹਰਿਆਣਾ ਵੱਲੋਂ ਖੇਡਣਾ ਸ਼ੁਰੂ ਕਰ ਦਿੰਦੇ, ਪਰ ਓਲੰਪਿਕਸ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਬਹੁਤ ਸਾਰੀਆਂ ਕੁੜੀਆਂ ਸਾਡੀਆਂ, ਚਾਹੇ ਉਹ ਵਿਮਨਸ ਟੀਮ ਹੋਵੇ ਹਾਕੀ ਦੀ, ਚਾਹੇ ਉਹ ਮੈਨਸ ਟੀਮ ਹੋਵੇ ਹਾਕੀ ਦੀ, ਜਿਹੜੀ ਕਿ ਜਿਹਨੇ ਕਮਾਲ ਕਰ ਦਿੱਤਾ, ਮਤਲਬ ਕਿੰਨੇ ਸਾਲਾਂ ਦਾ ਸੋਕਾ ਹੀ ਤੋੜ ਦਿੱਤਾ। ਉਸ ਤੋਂ ਬਾਅਦ ਹਰਿਆਣੇ ਦੀ ਗੱਲ ਕਰੀਏ ਤਾਂ ਗੋਲਡਨ ਬॉय ਨੀਰਜ, ਜਿਹਨੂੰ ਆਪਾਂ ਕਹਿੰਦੇ ਨੀਰਜ ਚੋਪੜਾ, ਉਹਨੇ ਵੀ ਕਮਾਲ ਕੀਤੀ ਸੀ। ਪਰ ਕਿਤੇ ਨਾ ਕਿਤੇ ਜੈਵਲਿਨ ਥਰੂ ਸੀਗੇ ਨਾ। ਹਾਂ, ਜੈਵਲਿਨ ਥਰੂ, ਭਾਲਾ ਫੇਂਕ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਜਦੋਂ ਊਣਤਾਈਆਂ ਦੀ ਗੱਲ ਕਰਦੇ ਆ ਤੇ ਊਣਤਾਈਆਂ ਹਜੇ ਵੀ ਬਹੁਤ ਨੇ। ਸਪੈਸ਼ਲੀ ਟਰੈਕ ਐਂਡ ਫੀਲਡ ਦੀ ਗੱਲ ਕਰੀਏ ਤੇ ਪੂਰੇ ਜਲੰਧਰ ਦੇ ਵਿੱਚ ਇੱਕ ਟਰੈਕ ਸੀਗਾ, ਉਹ ਵੀ ਸਪੋਰਟਸ ਕਾਲਜ, ਫਿਰ ਉਹਨਾਂ ਦੀ ਗਵਰਨਮੈਂਟ ਦੇ ਟਾਈਮ ਉਹਦੀ ਰਿਪੇਅਰ ਹੋਣੀ ਸ਼ੁਰੂ ਹੋਈ, ਹੁਣ ਹਜੇ ਤੱਕ ਉਹਦੀ ਰਿਪੇਅਰ ਪ੍ਰੋਪਰ ਨਹੀਂ ਹੋਈ। ਫਿਰ ਹਜੇ ਵੀ ਇੱਦਾਂ ਹੈ ਕਿ ਫਿਜ਼ੀਓਥੈਰੇਪਿਸਟ ਨਹੀਂ ਹੈਗੇ ਬੜੇ ਸਾਰੇ ਐਥਲੀਟਸ ਦੇ ਕੋਲ, ਜਿਹੜੇ ਵਰਲਡ ਕਲਾਸ ਐਥਲੀਟਸ ਨੇ ਸਾਡੇ, ਕਿਉਂਕਿ ਉਹਨਾਂ ਨੂੰ ਪਰਸਨਲ ਫਿਜ਼ੀਓ ਚਾਹੀਦਾ ਹੈ। ਫਿਜ਼ੀਓ ਇੱਦਾਂ ਕਰਦੀ ਹੈ ਗਵਰਨਮੈਂਟ ਕਿ 4-5 ਜਣੇ ਨੂੰ, ਜਿੱਦਾਂ ਹੁਣ ਅਸੀਂ ਜਲੰਧਰ ਦੇ ਵਿੱਚ ਟਰੈਕ ਐਂਡ ਫੀਲਡ ਕਰ ਰਿਹਾ ਕੋਈ, ਮਤਲਬ ਉਹਨੂੰ ਆਪਾਂ ਇੱਕ ਫਿਜ਼ੀਓ ਦੇ ਦਿੱਤਾ, ਜਦ ਕਿ ਫਿਜ਼ੀਓ ਜਿਹੜਾ ਆ ਉਹ ਜਦੋਂ ਤੁਸੀਂ ਵਰਲਡ ਲੈਵਲ ਦਾ ਬੰਦਾ ਬਣਾਉਂਦੇ ਹੋ ਜਾਂ ਵਰਲਡ ਲੈਵਲ ਉਹਨੇ ਖੇਡ ਲਿਆ ਤਾਂ ਉਹਨੂੰ ਸਿਰਫ ਇੱਕ ਬੰਦੇ ਨੂੰ ਇੱਕ ਫਿਜ਼ੀਓ ਚਾਹੀਦਾ ਔਰ 24/7 ਉਹਦੇ ਲਈ ਅਵੇਲੇਬਲ ਚਾਹੀਦਾ।
ਇਦਾਂ ਹੋ ਜਾਂਦਾ ਫਿਜ਼ੀਓ ਕਹਿੰਦਾ ਜੀ ਮੈਂ ਜੋ ਉਹ ਕਹਿੰਦਾ ਜੀ ਮੈਂ ਦਿੱਲੀ ਜਾ ਕੇ ਜਾਂ ਪਟਿਆਲਾ ਜਾ ਕੇ ਪ੍ਰੈਕਟਿਸ ਕਰਨੀ ਹੈ, ਜਲੰਧਰ ਦਾ ਮੁੰਡਾ ਕਹਿੰਦਾ ਫਿਜ਼ੀਓ ਕਹਿੰਦਾ ਨਹੀਂ ਮੈਂ ਨਹੀਂ ਆ ਸਕਦਾ, ਜੇ ਤੈਨੂੰ ਬਾਈ ਚਾਂਸ ਇੰਜਰੀ ਹੋ ਜਾਵੇ ਤਾਂ ਤੂੰ ਇੱਥੇ ਆ ਕੇ ਫਿਜ਼ੀਓ ਕਰਾ ਲਈ। ਸੋ ਇਦਾਂ ਦੇ ਸਿਸਟਮ ਆ। ਫਿਰ ਅਸੀਂ ਕਹਿੰਦੇ ਅਸੀਂ ਮੁਕਾਬਲਾ ਉਹਨਾਂ ਕੰਟਰੀਜ਼ ਦੇ ਨਾਲ ਕਰ ਰਹੇ ਹਾਂ ਜਿੱਥੇ ਚਾਈਨਾ ਵਰਗੀਆਂ ਨੇ, ਜਿੱਥੇ 3-3 ਫਿਜ਼ੀਓ ਦਿੱਤੇ ਨੇ, ਡਾਈਟੀਸ਼ੀਅਨਸ ਦਿੱਤੇ ਨੇ, ਨਿਊਟ੍ਰੀਸ਼ਨਿਸਟ ਦਿੱਤੇ ਨੇ, ਇੱਕ ਓਵਰਆਲ ਮੈਡੀਕਲ ਜਿਹੜਾ ਇੱਕ ਬੰਦੇ ਦੇ ਪਿੱਛੇ ਕੰਮ ਕਰਦਾ ਹੈ। ਮਤਲਬ ਉਹਨਾਂ ਦੇ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ। ਹਰ ਕੰਮ ਪੈਸੇ ਨਾਲ ਹੋਣਾ, ਠੀਕ ਹੈ ਨਾ, ਜਿਹੜੀਆਂ ਫੈਸਿਲਿਟੀਆਂ ਨੇ ਪੈਸੇ ਨਾਲ ਆਉਣੀਆਂ ਨੇ, ਔਰ ਪੈਸਾ ਤਾਂ ਸਾਨੂੰ ਸਭ ਨੂੰ ਹੀ ਪਤਾ ਕਿੱਧਰ ਚਲਾ ਜਾਂਦਾ। ਵਾਕਈ ਜਿੱਧਰ ਜਾਣਾ ਚਾਹੀਦਾ ਉੱਧਰ ਨਹੀਂ ਜਾਂਦਾ, ਜਿੱਧਰ ਨਹੀਂ ਜਾਣਾ ਚਾਹੀਦਾ ਉੱਧਰ ਜਾਂਦਾ। ਤੇ ਫਿਰ ਅਸੀਂ ਰਿਜ਼ਲਟ ਕਿੱਥੋਂ ਭਾਲਦੇ ਹਾਂ ਕਿ ਰਿਜ਼ਲਟ ਵਰਲਡ ਲੈਵਲ ਦੇ ਆਉਣਗੇ? ਰਿਜ਼ਲਟ ਨਹੀਂ ਆ ਸਕਦੇ ਕਿਉਂਕਿ ਹਰ ਚੀਜ਼ ਮੰਗਦੀ ਹੈ, ਫੈਸਿਲਿਟੀ ਮੰਗਦੀ ਹੈ, ਔਰ ਤੁਹਾਨੂੰ ਕੰਪੀਟ ਕਰਨ ਵਾਸਤੇ ਬਹੁਤ ਕੁਝ ਚਾਹੀਦਾ ਹੁੰਦਾ। ਵਾਕਈ ਚਲੋ ਹਰਜਿੰਦਰ ਕੌਰ ਨੇ ਕਮਾਲ ਕਰ ਦਿੱਤਾ। ਨਾਭਾ ਦਾ ਨਾਮ ਨਾਭਾ ਅਸੀਂ ਜਦੋਂ ਨਾਂ ਲੈਂਦੇ ਨਾ, ਨਾਭਾ, ਪਟਿਆਲਾ, ਇਹ ਉਹ ਰਿਆਸਤਾਂ ਨੇ ਜਿਹੜੀਆਂ ਉਹ ਬਹੁਤ ਦੇਰ ਤੱਕ ਮਹਾਰਾਜਿਆਂ ਦੇ ਦੌਰ ਦੇ ਵਿੱਚ ਰਹੀਆਂ, ਪਰ ਸਮਾਂ ਬੀਤ ਗਿਆ ਨਾ, ਪਰ ਹੁਣ ਤੇ 75 ਸਾਲ ਹੋ ਗਏ ਸਾਨੂੰ ਔਰ ਆਜ਼ਾਦ ਹੋਇਆ ਨੂੰ। ਇੱਕ ਚੀਜ਼ ਹੈ, ਜਿੱਦਾਂ ਆਪਾਂ ਸਕੇਅਰਸਿਟੀ ਦੀ ਗੱਲ ਕੀਤੀ ਨਾ, ਕਮੀਆਂ ਦੀ ਗੱਲ ਕੀਤੀ, ਉਣਤਾਈਆਂ ਦੀ ਗੱਲ ਤੁਸੀਂ ਕੀਤੀ ਹੈ, ਇਹਨਾਂ ਉਣਤਾਈਆਂ ਦੇ ਵਿੱਚ ਵੀ 골ਡ ਮੈਡਲ ਜਿੱਤਣਾ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਔਰ ਪੰਜਾਬ ਦੇ ਖਾਤੇ ਦੇ ਵਿੱਚ 골ਡ ਮੈਡਲ ਲਿਆ ਕੇ ਪੰਜਾਬ ਦਾ ਨਾਂ ਉੱਚਾ ਕਰਨਾ, ਉਣਤਾਈਆਂ ਦੇ ਵਿੱਚ, ਕਮੀਆਂ ਦੇ ਵਿੱਚ, ਜੇ ਇਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਣ। ਅੱਛਾ, ਹੁਣ ਅੱਗੇ ਵੱਧ ਲਈ, ਵਧਾਈ ਦੇ ਦਈਏ। ਵਧਾਈ ਦੇ ਦਿੰਦੇ ਆ ਹਰਜਿੰਦਰ ਕੌਰ ਨੂੰ, ਬਹੁਤ ਬਹੁਤ ਵਧਾਈ। ਔਰ ਜਿਨ੍ਹਾਂ ਨੇ ਵੀ ਜਿੱਤਿਆ ਮੈਡਲ ਬਈ, ਉਹਨਾਂ ਸਾਰਿਆਂ ਨੂੰ ਵਧਾਈ, ਤੇ ਪੰਜਾਬੀਆਂ ਨੂੰ ਖਾਸ ਕਰਕੇ, ਕਿਉਂਕਿ ਪੰਜਾਬੀਆਂ ਨੇ ਕਾਮਨਵੈਲਥ ਦਾ ਵੀ ਸ਼ੁਰੂਆਤ ਕਰ ਲਈ ਹੈ। ਦੇਖੋ ਅੱਗੇ ਹੁੰਦਾ ਕੀ। ਬਿਲਕੁਲ ਅੱਗੇ ਵਧੀਆ ਹੀ ਹੋਣਾ ਹੈ ਸਭ ਕੁਝ। ਕਰਪਸ਼ਨ ਖਤਮ ਹੋ ਜਾਵੇ ਨਾ ਤਾਂ ਸਭ ਕੁਝ ਵਧੀਆ ਹੋ ਜਾਣਾ। ਸੋ ਕਰਪਸ਼ਨ ਨੇ ਬਹੁਤ ਮਾੜੀ ਹਾਲਤ ਕੀਤੀ ਹੋਈ ਹੈ। ਰਾਜ ਸਭਾ ਦੇ ਵਿੱਚ ਰਾਘਵ ਚੱਡਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਹੈ, ਉਹ ਪਾਣੀ ਨਹੀਂ ਜਿਹੜਾ ਦੂਸਰੇ ਪਾਣੀ ਦਾ, SYL ਦੀ ਗੱਲ ਨਹੀਂ ਹੋ ਰਹੀ, ਜਿਹੜਾ ਪਾਣੀ ਥੱਲੇ ਚਲਾ ਗਿਆ, ਵਾਟਰ ਟੇਬਲ, ਉਹਦੀ ਗੱਲ ਹੋ ਰਹੀ ਹੈ। ਉਹਨਾਂ ਨੇ ਇਦਾਂ ਕਹਿ ਲਓ ਨਾ ਵੀ ਉਹ ਕਹਿੰਦੇ ਆ ਵੀ ਜਿਹੜਾ ਵਾਟਰ ਲੈਵਲ ਦੀ ਗੱਲ ਕਰ ਰਹੇ ਆ, ਉਹ ਧਰਤੀ ਹੇਠਲੇ ਪਾਣੀ ਦੀ ਗੱਲ ਕਰ ਰਹੇ ਆ, ਖੇਤੀਬਾੜੀ ਦੇ ਵਿੱਚ ਜਿਹੜਾ ਪਾਣੀ ਇਸਤੇਮਾਲ ਹੋਣਾ ਉਹਦੀ ਗੱਲ ਕਰ ਰਹੇ ਨੇ। ਔਰ ਨਾਲ ਪੰਜਾਬ ਨੂੰ ਸਪੋਰਟ ਕਰਨ ਵਾਸਤੇ ਇਹ ਵੀ ਕਹਿ ਰਹੇ ਨੇ ਕਿ ਇੰਡੀਆ ਦਾ ਜਿਹੜਾ ਬਾਊਲ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਨਾਜ ਪੰਜਾਬ ਤੋਂ ਆਉਂਦਾ, ਤੇ ਪੰਜਾਬ ਦੇ ਨਾਲ ਜਿਹੜੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਨੇ ਉਸ ਕਰਕੇ ਵੀ ਧਿਆਨ ਦੇਣਾ ਚਾਹੀਦਾ, ਤੇ ਪੰਜਾਬ ਵਾਸਤੇ ਨਵੀਂ ਪਾਲਿਸੀ ਵੀ ਬਣਨੀ ਚਾਹੀਦੀ ਹੈ। ਤੇ ਉਹਦੇ ਨਾਲ ਜੇ ਜੁੜਨ ਦੀ ਗੱਲ ਕਰੀਏ ਆਪਾਂ ਤਾਂ ਸੁਖਬੀਰ ਬਾਦਲ ਦੌਰਾ ਕਰਕੇ ਆਏ ਨੇ ਕਿ ਹੜ੍ਹ ਆਇਆ ਹੋਇਆ ਤੇ ਗਿਰਦਾਵਰੀ ਸਪੈਸ਼ਲ ਕਰਕੇ ਤੁਸੀਂ ਕਿਸਾਨਾਂ ਨੂੰ ਮੁਆਵਜ਼ਾ ਦਿਓ, ਉਹ ਵੀ ਗੱਲ ਹੋਈ ਹੈ। ਪੰਜਾਬ ਨੂੰ ਕਮੇਟੀ ਤੋਂ ਬਾਹਰ ਕੱਢ ਦਿੱਤਾ ਜਿੱਥੇ MSP ਨਿਰਧਾਰਿਤ ਹੋਣੀ ਹੈ, ਹੋਰ ਮਸਲਿਆਂ ਦੇ ਉੱਤੇ, ਖੇਤੀਬਾੜੀ ਦੇ ਉੱਤੇ ਗੱਲਬਾਤ ਹੋਣੀ ਹੈ, ਇਹ ਵੀ ਮਸਲਾ ਨਾਲ ਹੈ, ਠੀਕ ਹੈ ਨਾ। ਕੁੱਲ ਮਿਲਾ ਕੇ ਕਿਸਾਨੀ ਹੁਣ ਦੱਸੋ ਆਪਾਂ ਕਿਹੜੇ ਮਸਲੇ ਤੇ ਗੱਲ ਕਰਨੀ, ਤੁਸੀਂ ਸਾਰੇ ਮਸਲੇ ਜੁੜੇ ਹੋਏ ਨੇ, ਕਿਸ ਤੇ ਆਪਾਂ ਗੱਲ ਕਰੀਏ ਕਿਸ ਤੇ ਨਾ ਕਰੀਏ। ਕਿਸਾਨੀ ਨੂੰ ਕਿੱਦਾਂ ਸੰਭਾਲਣਾ, ਪਾਣੀ ਦਾ ਮਸਲਾ ਵੀ ਜੁੜਿਆ ਹੋਇਆ, ਕੈਮੀਕਲ ਦੇ ਫਰਟੀਲਾਈਜ਼ਰ ਦਾ ਮਸਲਾ ਵੀ ਜੁੜਿਆ ਹੋਇਆ। ਛੋਟੀਆਂ ਜ਼ਮੀਨਾਂ ਹੋ ਗਈਆਂ, ਕਿੰਨੀ ਜ਼ਮੀਨ ਹੱਦਾਂ ਦੇ ਥੱਲੇ ਆ ਜਾਂਦੀ, ਜਿਹੜੀਆਂ ਵੱਟਾਂ ਬਣੀਆਂ ਹੁੰਦੀਆਂ ਨੇ ਉਹ ਵੇਸਟੇਜ ਆ। ਜਿਹੜੀ ਉਪਜਾਊ ਜ਼ਮੀਨ ਹੈ ਉਹਦੇ ਉੱਤੇ ਕਲੋਨੀਆਂ ਬਣਦੀਆਂ ਪਈਆਂ ਨੇ, ਹੋਰ ਕਈ ਕੰਸਟਰਕਸ਼ਨਸ ਹੁੰਦੀਆਂ ਪਈਆਂ ਨੇ, ਖੇਤੀਬਾੜੀ ਥੱਲੇ ਰਕਬਾ ਘਟਦਾ ਪਿਆ ਜ਼ਮੀਨਾਂ ਦਾ, ਉਹ ਵੇਸਟੇਜ ਆ, ਠੀਕ ਹੈ ਨਾ। ਤੁਸੀਂ ਕਿਸ ਤੰਦ ਨੂੰ ਫੜੋਗੇ, ਹਰ ਪਾਸੇ ਤੁਹਾਨੂੰ ਪ੍ਰੋਬਲਮਸ ਮਿਲਣਗੀਆਂ। ਵਾਕਈ ਤੁਹਾਡੀ ਗੱਲ ਤਾਂ ਸਹੀ ਹੈ, ਪਰ ਆਪਾਂ ਨੂੰ ਇੱਕ ਗੱਲ ਤੇ ਕਰਨੀ ਓ ਪੈਣੀ ਹੈ। ਬਿਲਕੁਲ ਕਰੋ। ਜਿਵੇਂ ਪਾਣੀਆਂ ਦੀ ਗੱਲ ਕਰ ਰਹੇ ਆ ਨਾ, ਤੇ ਦੇਖੋ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਡੂੰਘਾ ਆ। ਮੈਂ ਹੈਰਾਨ ਹੁੰਨਾ ਕਿ ਅਸੀਂ ਕਹਿੰਦੇ ਅਸੀਂ ਪ੍ਰੋਗਰੈਸਿਵ ਸਟੇਟ ਆ, ਦੁਆਬੇ ਵਾਲੇ ਕਹਿੰਦੇ ਆ ਕਿ ਅਸੀਂ ਬਹੁਤ ਪ੍ਰੋਗਰੈਸਿਵ ਆ ਕਿਉਂਕਿ ਸਾਡੇ ਇੱਥੋਂ ਬਹੁਤ ਵੱਡਾ ਚੰਕ ਜਿਹੜਾ, ਬਹੁਤ ਵੱਡੀ ਇੱਕ ਸੰਖਿਆ ਉਹ ਬਾਹਰ ਜਾ ਕੇ ਰਹਿੰਦੀ ਆ। ਪਰ ਦੂਸਰੇ ਬੰਨੇ ਫਿਰ ਅਸੀਂ ਦੇਖਦੇ ਹਾਂ ਕਿ ਅਜੇ ਤੱਕ ਸਾਡੇ ਕੋਲੇ ਜਿਹੜਾ ਅਸੀਂ ਰੀਚਾਰਜ ਵੈਲ ਜਿਹਨੂੰ ਕਹਿੰਦੇ ਆ, ਰੀਚਾਰਜ ਖੂਹ ਜਿਹੜੇ ਨੇ ਉਹ ਕਿਤੇ ਨਹੀਂ ਹੈਗੇ। ਹਾਂਜੀ। ਪਰ ਮੈਂ ਬਹੁਤ ਖੁਸ਼ ਹੁੰਨਾ ਜਦੋਂ ਮੈਂ ਕਿਤੇ ਨਾ NRIs ਦੇ ਵੱਲੋਂ ਜਿਹੜਾ ਪਿੰਡ ਹੁੰਦਾ ਆ, ਜਿਵੇਂ ਅਸੀਂ ਬੜੇ ਸਾਰੇ ਗੱਲ ਕਰਦੇ ਹਾਂ ਕਿ ਬੜੇ ਸਾਰੇ ਪਿੰਡ ਇੱਦਾਂ ਦੇ ਨੇ ਜਿੱਦਾਂ ਰੁੜਕਾ ਕਲਾਂ ਹੋ ਗਿਆ, ਉੱਥੇ ਰੀਚਾਰਜ ਜਿਹੜਾ ਪੁਆਇੰਟਸ ਨੇ, ਜਿਹੜਾ ਪਾਣੀ ਦੇ ਰੀਚਾਰਜ ਪੁਆਇੰਟਸ ਨੇ, ਉਹ ਪਿੰਡ ਵਾਲਿਆਂ ਨੇ ਆਪ ਬਣਾ ਲਏ, ਆਪ ਸਿਰਜ ਲਏ। ਹਾਂਜੀ। ਹਾਲਾਂਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ, ਪੰਜਾਬ ਸਰਕਾਰ ਨੂੰ ਤਾਂ ਵੇਲ ਹੀ ਨਹੀਂ ਸੀ ਪਿਛਲੇ ਸਾਲਾਂ ਦੇ ਵਿੱਚ। ਹਰ ਯੂਨੀਵਰਸਿਟੀ ਦੇ ਵਿੱਚ 3-3 4-4 ਹੋ ਚਾਹੀਦੇ ਆ, ਹਰ ਪੰਚਾਇਤ ਦੇ ਵਿੱਚ ਜਿਹੜੇ ਨੇ ਉੱਥੇ 5-5 6-6 ਅਲੋਟ ਕਰਨੇ ਚਾਹੀਦੇ ਆ, ਕਿਉਂਕਿ ਗੱਲਾਂ ਹਰੇਕ ਕੋਈ ਕਰ ਲੈਂਦਾ। ਜਦੋਂ ਇਹ ਨਾ ਇਹਨਾਂ ਸੱਤਾ ਤੋਂ ਚਲੇ ਜਾਂਦੇ ਆ, ਚਾਹੇ ਉਹ ਸੁਖਬੀਰ ਬਾਦਲ ਹੋਣੀ ਹੋਣ, ਜਾਂ ਫਿਰ ਕੈਪਟਨ ਅਮਰਿੰਦਰ ਹੋਣੀ ਹੋਣ, ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਨਾ, ਉਦੋਂ ਇਹ ਬੜਾ ਜ਼ੋਰ ਲਾ ਕੇ ਕਹਿੰਦੇ ਆ ਜੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਕੀਤਾ ਕੀ ਆ ਤੁਸੀਂ? ਕਿੰਨੇ ਕੁ ਤੁਸੀਂ ਗਿਣਤੀ 'ਚ ਦੱਸ ਦਿਓ, ਤੁਸੀਂ ਕਿੰਨੇ ਕੁ ਸਰਕਾਰੀ ਜਿਹੜੇ ਨੇ ਉਹ ਰੀਚਾਰਜ ਬਿੱਲ ਬਣਾਏ ਨੇ? ਕਿੰਨੇ ਬਣਾਏ ਨੇ ਗਿਣਤੀ 'ਚ? ਮੈਨੂੰ ਲੱਗਦਾ 5 ਵੀ ਰੀਚਾਰਜ ਬਿੱਲ ਜਿਹੜੇ ਵਰਕਿੰਗ ਕਲਾਸ ਦੇ ਵਿੱਚ ਹੋਣੇ ਉਹ ਵੀ ਨਹੀਂ ਹੈਗੇ। ਪਰ ਫਿਰ ਤੁਹਾਡਾ ਤੁਸੀਂ ਕੀ ਕਰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ? ਗੱਲ ਇਹ ਹੈ ਨਾ, ਮੁਆਵਜ਼ਾ ਹੋਣਾ ਹੋਵੇ ਤੇ 25 ਰੁਪਏ ਮੁਆਵਜ਼ਾ ਆ ਰਿਹਾ, ਉਹ ਵੀ 2-3 ਸਾਲਾਂ ਬਾਅਦ, ਠੀਕ ਹੈ। ਜਿਹੜੇ ਮੁਆਵਜ਼ੇ ਦੀ ਗੱਲ ਕਰ ਰਹੇ ਹੋ, ਪਿਛਲੇ ਕਿੰਨੇ ਕੁ ਮੁਆਵਜ਼ੇ ਕਲੀਅਰ ਹੋਏ ਨੇ, ਜਿਹੜੇ ਅਗਲੇ ਦੇਣੇ ਨੇ, ਨਵੇਂ ਦੇਣੇ ਨੇ, ਉਹ ਵੀ ਤਾਂ ਗੱਲ ਕਰੋ ਨਾ। ਸਭ ਕੁਝ ਪੈਂਡਿੰਗ ਹੈ, ਗੱਲਾਂ ਨਾਲ
ਤੁਸੀਂ ਅਕਸਰ ਕਹਿੰਦੇ ਹੁੰਦੇ ਨਾ ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਕਿਉਂ ਘੱਟ ਪਾਉਣਾ ਤੇ ਮੈਂ ਤਾਂ ਕਹਿੰਦਾ ਡਰਾਈ ਫਰੂਟ ਵੀ ਪਾ ਦਿਓ, ਉਹ ਵੀ ਕਿਉਂ ਘੱਟ ਪਾਉਣਾ ਦੇਖੋ ਖਿਲਾਉਂਦੇ ਤੇ ਸਾਨੂੰ ਕਿਸ਼ਮਿਸ਼ ਪਾ ਕੇ ਹੀ ਹੈ ਇਹ, ਮਤਲਬ ਕਦੇ ਤੁਸੀਂ ਸੁਣਿਆ ਕਦੀ ਕਿਸੇ ਮੰਤਰੀ ਨੇ ਕਿਹਾ ਹੋਵੇ ਕਿ ਅਸੀਂ ਆਹ ਨਹੀਂ ਕਰਨਾ। ਹੁਣ ਪਿੱਛੇ ਜੇ ਆਪਾਂ ਗੱਲ ਕਰਦੇ ਸੀ ਵੀ ਉਹ ਜਿਹੜਾ ਪਿੰਡ ਵਾ ਦੀਨਾ ਨਗਰ ਦੇ ਕੋਲ, ਗੁਰਦਾਸਪੁਰ ਦੇ ਕੋਲ ਜਿਹੜੇ ਪਿੰਡ ਜਿਹੜੇ ਹੁਣ ਕੱਟੇ ਗਏ ਨੇ ਕਿਉਂਕਿ ਪਾਣੀ ਭਰ ਗਿਆ ਦਰਾਵੀ 'ਚ ਜੀ, ਹਨਾ, ਤੇ ਉਹ ਜਿਹੜੇ ਨੇ ਉੱਥੇ ਵੀ ਤਾਂ ਮਿਨਿਸਟਰ ਸਾਹਿਬ ਨੇ ਕਹਿ ਦਿੱਤਾ ਵੀ 100 ਕਰੋੜ ਦਾ ਖਰਚਾ ਹੈ ਜੀ, ਅਸੀਂ ਜਲਦੀ ਸ਼ੁਰੂ ਕਰ ਦੇਣਾ ਕੰਮ। ਹੁਣ ਕਿੰਨਾ ਕੁ ਜਲਦੀ ਹੁੰਦਾ ਆ ਉਹ ਦੇਖ ਹੀ ਲੈਣਾ ਆਪਾਂ। ਗੱਲਾਂ ਬਹੁਤ ਨੇ, ਕੰਮ ਘੱਟ ਹੈ। ਉਹ ਮੈਂ ਕਈ ਵਾਰ ਲਿਖਿਆ ਹੋਇਆ ਪੜ੍ਹਦਾ ਹੁੰਦਾ ਟਰੱਕਾਂ ਦੇ ਪਿੱਛੇ, ਕਿਉਂਕਿ ਉਹਦੇ ਉੱਤੇ ਵੀ ਬਹੁਤ ਵਧੀਆ ਗੱਲਾਂ ਲਿਖੀਆਂ ਹੁੰਦੀਆਂ ਨੇ, ਪ੍ਰਣਾਮ ਸ਼ਹੀਦਾਂ ਨੂੰ। ਇੱਕ ਥਾਂ ਤੇ ਲਿਖਿਆ ਹੋਇਆ ਸੀ ਗੱਲਾਂ ਘੱਟ ਕੰਮ ਜ਼ਿਆਦਾ। ਹੁਣ ਉਹ ਬਹੁਤ ਵਧੀਆ ਗੱਲ ਹੈ। ਹੁਣ ਇਹ ਮਿਨਿਸਟਰਸ ਦੇ ਉੱਤੇ ਵੀ ਲਾਗੂ ਹੁੰਦੀ ਹੈ ਤੇ ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਕੰਮ ਕਰਨ ਵਾਲਿਆਂ ਉੱਤੇ ਵੀ ਲਾਗੂ ਹੁੰਦੀ ਹੈ। ਤੁਸੀਂ ਕਦੀ ਇਹ ਨਹੀਂ ਗੱਲ ਕੀਤੀ ਵੀ ਪੜਿਆ ਕਿਤੇ ਲਿਖਿਆ ਵੀ ਕਹਿਣਾ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ, ਕਦੇ ਕਿਤੇ ਲਿਖਿਆ ਦੇਖਿਆ? ਸ਼ਾਇਦ ਨਹੀਂ, ਹਨਾ। ਇਹ ਜਿਹੜੀ ਪਾਲਿਸੀ ਹੈ ਇਹ ਸਾਡੇ ਨੇਤਾਵਾਂ ਦੀ ਆ ਵੀ ਸਤਿ ਸ੍ਰੀ ਅਕਾਲ ਕਰ ਦਾਂਗੇ ਜੀ, ਕੋਈ ਨਾ ਅਗਲੇ ਹਫਤੇ ਹੋ ਜੂ। ਉਹ ਫਿਰ ਮੀਡੀਆ ਦੇ ਵਾਲੇ ਪੁੱਛਦੇ ਆ ਵੀ ਕਿੰਨਾ ਕੁ ਟਾਈਮ ਲੱਗਣਾ ਜੀ, ਕੋਈ ਨਾ ਬਸ ਹੋ ਗਿਆ, ਸਾਡੇ ਵੱਲੋਂ ਸਾਰਾ ਤਿਆਰ ਆ। ਉਹ ਕਹਿਣਾ ਕਿਸੇ ਨੂੰ ਨਾ ਕਿਸੇ ਨੂੰ ਨਹੀਂ ਤੇ ਹਾਂ ਕਿਸੇ ਨੂੰ ਨਹੀਂ, ਉਹ ਇਹ ਚੀਜ਼ ਆ। ਕੰਮ ਤੁਸੀਂ ਕੋਈ ਕਰਨਾ ਨਹੀਂ ਹੈਗਾ, ਬਸ ਤੁਸੀਂ ਹਾਂ ਕਰੀ ਜਾਣਾ। ਇਹਨਾਂ ਦੀ ਅਪਰੋਚ ਸਾਨੂੰ ਲੱਗਦੀ ਸੀ ਬੜੀ ਵੱਖਰੀ ਅਪਰੋਚ ਆ, ਪਰ ਇਹ ਵੱਖਰੀ ਅਪਰੋਚ ਨੇ ਜਿਹੜੇ ਸਾਨੂੰ ਦਿਨੇ ਤਾਰੇ ਦਿਖਾਤੇ ਬਹੁਤ ਜ਼ਬਰਦਸਤ, ਉਹ ਵੀ ਬੜੀ ਮਾੜੀ ਚੀਜ਼ ਆ। ਸੋ ਸਾਨੂੰ ਚਲੋ ਅਸੀਂ ਵੀ ਹੱਲੇ ਵੀ ਉਮੀਦ ਦੇ ਵਿੱਚ ਆ, ਕਹਿੰਦੇ ਉਮੀਦ ਜਿਹੜੀ ਆ ਉਹ ਟੁੱਟਣੀ ਨਹੀਂ ਚਾਹੀਦੀ ਕਿਉਂਕਿ ਉਮੀਦ ਤੇ ਦੁਨੀਆ ਕਾਇਮ ਆ। ਤੇ ਮਿਸਿਸ ਬਾਦਲ ਨੇ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਪਾਰਲੀਮੈਂਟ ਦੇ ਵਿੱਚ। ਬਹੁਤ ਸੋਹਣੀ ਗੱਲ ਆ, ਪਰ ਹਰਸਿਮਰਤ ਕੌਰ ਬਾਦਲ ਹੋਣੀ ਜਿਹਨਾਂ ਨੂੰ ਆਪਾਂ ਨੰਨੀ ਸ਼ਾਹ ਵੀ ਕਹਿੰਦੇ ਆ, ਉਹ ਉਦੋਂ ਕਿੱਥੇ ਗਏ ਹੋਏ ਸੀ ਜਦੋਂ ਇੰਨੇ ਸਾਰੇ ਮਸਲੇ ਸੀ, ਸਰਕਾਰਾਂ ਤੁਹਾਡੀਆਂ ਸੀ, ਤੁਹਾਡੇ ਮੰਤਰੀ ਸੀ, ਤੁਸੀਂ ਫੂਡ ਪ੍ਰੋਸੈਸਿੰਗ ਸੀਗੇ। ਅੱਛਾ, ਕਿੰਨੀਆਂ ਕਿ ਐਗਰੀਕਲਚਰ ਬੇਸਡ ਇਹਨਾਂ ਨੇ ਇੱਥੇ ਲਵਾ ਦਿੱਤੀਆਂ। ਬਹੁਤ ਦੇਖੋ ਨਾ, ਤੁਸੀਂ ਕਿਸ ਗੱਲ ਨੂੰ ਫੜੋਗੇ, ਹਰ ਗੱਲ ਦੇ ਵਿੱਚ ਤੁਹਾਨੂੰ ਊਣਤਾਈਆਂ ਮਿਲਣਗੀਆਂ, ਹਰ ਗੱਲ ਦੇ ਵਿੱਚ ਤੁਹਾਨੂੰ ਡਿਟੇਲਸ ਮਿਲਣਗੀਆਂ। ਪਰ ਆਪਾਂ ਤਾਂ ਇਹੀ ਕਹਿੰਦੇ ਵੀ ਚਲੋ ਦੇਰ ਆਏ ਤਾਂ ਦਰੁਸਤ ਆਏ, ਚਲੋ ਹੁਣ ਕੋਈ ਦਿਖਾਵੇ ਤੋਂ ਹਟ ਕੇ ਸਾਡੇ ਲਈ ਕਰ ਲੈਣ, ਕਿਉਂਕਿ ਆਪ ਤਾਂ ਤੁਸੀਂ ਮੈਂ ਇੱਕ ਇਹਨਾਂ ਦੀ ਫੋਟੋ ਵੇਖੀ ਸੀ ਵਾਇਰਲ ਹੋਈ ਸੁਖਬੀਰ ਬਾਦਲ ਦੀ ਤੇ ਹਰਸਿਮਰਤ ਕੌਰ ਬਾਦਲ ਦੀ, ਨਹੀਂ ਸੁਖਬੀਰ ਬਾਦਲ ਹੁਣਾਂ ਦੀ ਸੀਗੀ ਫੋਟੋ। ਬਹੁਤ ਪੁਰਾਣੀ ਫੋਟੋ ਸੀਗੀ, ਪਹਿਲੀਆਂ ਸੰਨਾਂ ਦੀ ਅਸੀਂ ਕਹਿ ਲਈਏ ਕਿ ਜਦੋਂ ਸ਼ਾਇਦ ਮੈਂ ਵੀ ਨਹੀਂ ਜੰਮਿਆ ਹੋਣਾ ਉਦੋਂ ਦੀ ਫੋਟੋ ਸੀਗੀ, ਤੇ ਸੁਖਬੀਰ ਬਾਦਲ ਨੇ ਪੋਲੋ ਪਾਈ ਹੋਈ ਆ। ਅੱਛਾ ਜੀ। ਤੇ ਉਸ ਸਮੇਂ ਪੋਲੋ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਸੀ ਨਾ, ਤੁਸੀਂ ਨਾ ਹੀ ਛੱਡੋ, ਟੀ-ਸ਼ਰਟ ਪਾਈ ਹੋਈ ਆ। ਤੇ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਨੇ ਤੇ ਉਹ ਸਾਰੇ ਜ਼ਮਾਨੇ ਹੰਡਾਏ ਨੇ, ਸਾਰੀਆਂ ਦੌਲਤਾਂ ਹੰਡਾਈਆਂ ਨੇ, ਸਭ ਕੁਝ ਹੰਡਾਇਆ ਵਾ, ਹੱਲੇ ਵੀ ਹੰਡਾਉਣ ਡੇ ਨੇ। ਮਰਦਾ ਤੇ ਗਰੀਬ ਆ, ਜਿਹੜਾ ਕਰਜ਼ੇ ਦੀ ਥੱਲੇ, ਜਿਹਦੇ ਤੇ ਕਰਜ਼ਾ ਵੀ ਨਹੀਂ ਇੰਨਾ ਹੁੰਦਾ, ਲੱਖ 1.5 ਲੱਖ ਦਾ ਕਰਜ਼ਾ, ਤੇ ਉਹ ਵਿਚਾਰਾ ਆਤਮ ਹੱਤਿਆ ਸਾਰੀ ਉਮਰ ਚਲੀ ਜਾਂਦੀ ਹੈ। ਤੁਸੀਂ ਇੱਕ ਗੱਲ ਦੱਸੋ, ਦੇਖੋ ਨਾ, ਇਹ ਤਾਂ ਅਸੀਂ ਪੁਰਾਣੇ ਸ਼ਾਹੂਕਾਰਾਂ ਦੇ ਟਾਈਮ ਤੇ ਵੀ ਦੇਖਦੇ ਹਾਂ ਕਿ ਇੱਕ ਬੋਰੀ ਕਣਕ ਦੀ ਲਿੱਤੀ ਤੇ ਪੂਰਾ ਖੇਤ ਉਹ ਸ਼ਾਹੂਕਾਰ ਨੇ ਮੱਲ ਲਿਆ, ਉਸ ਕਣਕ ਦੀ ਬੋਰੀ ਵਿੱਚ ਪੂਰਾ ਅਹਾਤਾ ਮੱਲ ਲਿਆ, ਖੂਹ ਵੀ ਲੈ ਗਿਆ, ਜ਼ਮੀਨਾਂ ਵੀ ਲੈ ਗਿਆ, ਇੱਕ ਕਣਕ ਦੀ ਬੋਰੀ ਦਾ ਕਰਜ਼ਾ ਨਹੀਂ ਉਤਰਿਆ। ਉਹ ਇੱਕ ਨਾਵਲ ਆ ਜੀ ਹਰਮੇਸ਼ ਮਾਲੜੀ ਦਾ, ਬੜਾ ਸੋਹਣਾ ਨਾਵਲ ਆ, ਹੇਠਲੀ ਬੋਰੀ। ਤੂਤਾਂ ਵਾਲੇ ਖੂਹ ਦੀ ਵੀ ਗੱਲ ਇਹੀ ਹੋਈ ਹੈ, ਉਹ ਵੀ ਬਹੁਤ ਪਿਆਰਾ ਨਾਵਲ ਹੈ। ਹਰਮੇਸ਼ ਮਾਲੜੀ ਨੇ ਲਿਖਿਆ ਵੀ ਹੇਠਲੀ ਬੋਰੀ ਜਿਹੜੀ ਹੁੰਦੀ ਹੈ ਨਾ, ਉਹ ਸਭ ਤੋਂ ਥੱਲੇ ਦੱਬੀ ਹੋਈ ਰਹਿੰਦੀ ਹੈ। ਜਿਹੜੇ ਸ਼ਾਹੂਕਾਰ ਹੁੰਦੇ ਉਹਨਾਂ ਦੇ ਘਰੇ ਅਨਾਜਾਂ ਦੇ ਭੰਡਾਰ ਹੁੰਦੇ ਆ, ਉੱਪਰ ਦੇ ਉੱਪਰ ਟੇਕਣੇ ਲੱਗ ਗਈ ਰਹਿੰਦੀ ਆ। ਐਦਾਂ ਹੀ ਜਿਹੜਾ ਗਰੀਬ ਆ ਨਾ, ਉਹ ਹੇਠਲੀ ਬੋਰੀ ਆ। ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਜਿਹੜਾ ਮਰਜ਼ੀ ਕੁਝ ਆ ਜਾਵੇ, ਉਹ ਹੇਠਲੀ ਬੋਰੀ ਨੇ ਦੱਬਿਆ ਹੀ ਰਹਿਣਾ ਜਦ ਤੱਕ ਉਹਦੇ ਲਈ ਤੁਸੀਂ ਪਾਲਿਸੀਆਂ ਨਹੀਂ ਬਣਾਉਣੀਆਂ। ਸਹੀ ਗੱਲ ਹੈ। ਵੈਸੇ ਇੱਕ ਚੀਜ਼ ਹੈ, ਉਹਦਾ ਆਨਸਰ ਮੈਨੂੰ ਕੋਈ ਨਹੀਂ ਦੇ ਸਕਦਾ ਪਿਆ। ਮੈਂ ਕਈਆਂ ਨੂੰ ਇਹ ਸਵਾਲ ਪੁੱਛਿਆ ਕਿ ਹਰ ਬੰਦਾ ਆਪਣੇ ਧੰਦੇ ਦੇ ਵਿੱਚ ਆਪਣੀ ਚੀਜ਼ ਦੀ ਕੀਮਤ ਖੁਦ ਤੈਅ ਕਰਦਾ, ਆਪਣੀ ਸਰਵਿਸ ਦੀ ਕੀਮਤ ਖੁਦ ਤੈਅ ਕਰਦਾ, ਆਪਣੇ ਕੱਪੜੇ ਲੱਤੇ ਜੋ ਵੀ ਉਹ ਕੰਮ ਕਰਦਾ ਆਪਣੇ ਸਾਰੇ ਪ੍ਰੋਫੈਸ਼ਨ ਦੇ ਵਿੱਚ, ਠੀਕ ਹੈ ਨਾ। ਦੁਕਾਨਦਾਰ ਆਪਣੀ ਚੀਜ਼ਾਂ, ਇੱਥੋਂ ਤੱਕ ਕਿ ਜਿਹੜਾ ਸੜਕ ਦੇ ਕਿਨਾਰੇ ਬੈਠਾ ਹੋਇਆ ਤੇ ਜੁੱਤੀਆਂ ਗੰਢਦਾ ਪਿਆ, ਉਹ ਵੀ ਕੀਮਤ ਤੈਅ ਕਰਕੇ ਬੈਠਾ ਹੋਇਆ ਜੀ। ਦਰਜੀ ਬੈਠੇ ਹੋਏ ਨੇ ਕਈ ਸੜਕ ਦੇ ਕਿਨਾਰੇ, ਉਹ ਵੀ ਕੀਮਤ ਤੈਅ ਕੀਤੀ ਹੋਈ ਹੈ। ਪਰ ਕਿਸਾਨ ਨੂੰ ਆਪਣੀ ਫਸਲ ਦੀ ਕੀਮਤ ਖੁਦ ਤੈਅ ਕਰਨ ਦਾ ਅਧਿਕਾਰ ਕਿਉਂ ਨਹੀਂ ਹੈ? ਇਹਦਾ ਜਵਾਬ ਮੈਨੂੰ ਕੋਈ ਨਹੀਂ ਦੇ ਸਕਦਾ। ਉਹੀ ਗੱਲ ਆ ਵੀ ਮੈਂ ਅੱਜ ਤੁਸੀਂ ਆਹ ਦੇਖ ਲਓ ਵੀ ਆ ਜਿਹੜੇ ਗੰਢੇ ਆ ਜਾਂ ਆਲੂ ਆ, ਉਹ ਸਟੋਰ 'ਚੋਂ ਜਿਹੜੇ ਕਿਸਾਨਾਂ ਨੇ ਦਿੱਤੇ ਹੋਏ ਆ, ਉਹ 7 ਰੁਪਏ ਜਾਂ 10 ਰੁਪਏ ਕਿਲੋ ਮਿਲਦੇ ਆ, ਤੇ ਬਾਹਰ ਉਹ 30 ਰੁਪਏ ਕਿਲੋ ਆ। ਤੇ ਜਿਹੜੇ ਉਹ ਪੈਕਟ 'ਚ ਆਪਾਂ ਚਿਪਸ ਖਾਂਦੇ ਆ, ਉਹ ਦੇਖ ਲਓ ਕਿੰਨੇ ਮਹਿੰਗੇ ਆ। ਦੇਖਣਾ। ਚਲੋ ਆਪਾਂ ਮੋਟੀ ਜੀ ਗੱਲ ਕਰਦੇ ਹਾਂ ਵੀ ਸਟੋਰ ਦੇ ਵਿੱਚ ਆਲੂ ਜਿਹੜੇ ਨੇ, ਹੁਣ ਸਟੋਰ ਕੀਤੇ ਹੁੰਦੇ ਨੇ ਹਰਿਆਂ ਨੇ, ਜੱਟਾਂ ਨੇ, ਉਹ ਆਲੂ 7 ਜਾਂ 10 ਰੁਪਏ ਮਿਲਦੇ ਆ। ਤੁਸੀਂ ਉਹੀ ਆਲੂ ਮਾਰਕੀਟ ਦੇ ਵਿੱਚ ਜਾ ਕੇ ਪੁੱਛ ਲਓ ਜੀ, 30 ਰੁਪਏ ਤੋਂ ਘੱਟ ਤੁਹਾਨੂੰ ਮਿਲ ਗਏ ਤਾਂ ਨਾ ਕਿਉਂ, 4 ਗੁਣਾ ਜ਼ਿਆਦਾ। ਮਤਲਬ ਇੰਨਾ ਜ਼ਿਆਦਾ ਫਾਇਦਾ ਕਿੱਦਾਂ ਲੈ ਸਕਦਾ ਕੋਈ? ਬਿਲਕੁਲ ਠੀਕ ਆ। ਗੱਲ ਇਹੀ ਹੋਆ, ਹੁਣ ਉਹ ਗਿਆ ਮੰਡੀ ਗਿਆ ਫਸਲ ਲੈ ਕੇ, ਉੱਥੇ ਇੱਕ ਆੜਤੀ ਹੈ, ਇੱਕ ਬੋਲੀ ਲਾਉਂਦਾ ਪਿਆ, ਇੰਨੇ ਦੀ ਇੰਨੇ ਦੀ ਇੰਨੇ ਦੀ ਇੰਨੇ ਦੀ, ਨਾ ਕਿਸਾਨ ਨੂੰ ਪਤਾ ਇੰਨੇ ਦੀ ਕਿਉਂ ਆ, ਠੀਕ ਹੈ।
ਫਿਰ ਉਸ ਤੋਂ ਬਾਅਦ ਉਹਨੇ ਆਪਣਾ ਪੈਸਾ ਲੈ ਲਿਆ ਵਿੱਚੋਂ ਬੋਲੀ ਲਾਉਣ ਦਾ। ਮੈਂ ਉਹੀ ਕਹਿ ਰਿਹਾ ਵੀ ਜੇ ਤੁਸੀਂ ਸਿਸਟਮ ਦੀ ਗੱਲ ਕਰਦੇ ਫਿਰ ਤੁਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਨੀਮਮ ਸਪੋਰਟਿੰਗ ਪ੍ਰਾਈਸ ਤੇ ਡਿਸਾਈਡ ਕਰ ਲਓ। ਤੁਹਾਡੇ ਕੋਲ ਐਕਸਪਰਟ ਬੈਠੇ ਆ, ਤੁਹਾਡੇ ਕੋਲੇ ਇੰਨੀਆਂ ਰਿਪੋਰਟਾਂ ਆ, ਇੰਨੇ ਸਾਰਾ ਕੁਝ ਹੈ। ਇੱਕ ਫਿਰ ਵੀ ਤੁਸੀਂ ਉਹਨਾਂ ਚੀਜ਼ਾਂ ਤੇ ਕੰਮ ਨਹੀਂ ਕਰੋਗੇ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਸ਼ਾਇਦ ਕਿਸਾਨ ਨੂੰ ਦਬਾ ਕੇ ਰੱਖਣਾ ਜਾਂ ਕਿਸਾਨ ਨੂੰ ਗਰੀਬ ਰੱਖਣਾ, ਇਹ ਇੱਕ ਸ਼ਾਇਦ ਪਾਲਿਸੀ ਦਾ ਆਧਾਰ ਹੋ ਸਕਦਾ, ਜਿਹੜੀ ਪਾਲਿਸੀ ਦੇ ਉੱਤੇ ਸਾਰੀ ਰਾਜਨੀਤੀ ਖੇਡੀ ਜਾਂਦੀ ਹੈ, ਹੋ ਸਕਦਾ ਹੈ। ਤੇ ਜਿਹੜੇ ਧਨਾੜ ਕਿਸਾਨ ਨੇ, ਸਰਮਾਏਦਾਰ ਕਿਸਾਨ ਨੇ, ਉਹ ਤਾਂ ਇਹਨਾਂ ਦੇ ਸਾਥੀ ਨੇ, ਠੀਕ ਹੈ ਨਾ। ਤੇ ਬਾਕੀ ਜਿਹੜੇ ਬਾਕੀ 90% ਨੇ, ਕਿਉਂਕਿ 10% ਇਹਨਾਂ ਦੇ ਸਾਥੀ ਹੋ ਗਏ ਜਿਨ੍ਹਾਂ ਨੇ ਇਹਨਾਂ ਦੇ ਸੁੱਖ ਦੁੱਖ ਦੇ ਸਾਥੀ, ਇਲੈਕਸ਼ਨਸ ਦੇ ਵਿੱਚ ਵੀ ਸਾਥ ਦੇਣਾ, ਇਹਨਾਂ ਦਾ ਬਹੁਤ ਕੰਮ ਕਰਨੇ ਨੇ। ਸੁੱਖ ਦੁੱਖ ਦੇ ਤਾਂ ਨਹੀਂ, ਸਿਰਫ ਇਹ ਕਹਿ ਸਕਦੇ ਹਾਂ ਪੈਸੇ ਦੇ ਸਾਥੀ ਹੈ, ਫਾਇਦੇ ਦੇ ਸਾਥੀ ਹੈ। ਰਾਜਨੀਤੀ ਦੇ ਵਿੱਚ ਮੁਨਾਫਾ ਦੇਖਿਆ ਜਾਂਦਾ। ਸੋ ਜਿਹੜਾ ਗਰੀਬ 90% ਹੈਗੇ ਨੇ, ਉਹਨਾਂ ਦਾ ਕੋਈ ਵਾਲੀ ਵਾਰਸ ਦਿਖਦਾ ਨਹੀਂ, ਕੋਈ ਬਾਂਹ ਫੜਨ ਵਾਲਾ ਦਿਖਦਾ ਨਹੀਂ। ਸੋ ਇਹ ਸਭ ਗੱਲਾਂ ਨੇ। ਔਰ ਸੁਸਾਈਡ ਦੇ ਕੇਸਿਸ ਹਜੇ ਵੀ ਨਹੀਂ ਰੁਕੇ। ਔਰ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਸਾਡੇ ਆਉਣ ਸਾਰ ਹੀ ਸੁਸਾਈਡ ਬੰਦ ਹੋ ਜਾਣਗੇ ਕਿਸਾਨਾਂ ਦੇ, ਅਸੀਂ ਉਹ ਪਾਲਿਸੀਆਂ ਲੈ ਕੇ ਆਵਾਂਗੇ। ਨਾ ਪਾਲਿਸੀਆਂ ਦਿਖਦੀਆਂ ਪਈਆਂ ਨੇ ਕਿਤੇ, ਸੁਸਾਈਡਸ ਉੱਦਾਂ ਹੀ ਹੋ ਰਹੇ ਨੇ, ਕਰਜ਼ੇ ਦੇ ਥੱਲੇ ਉਵੇਂ ਦੱਬੇ ਪਏ ਨੇ। ਔਰ ਜਿਹੜੀ ਨਵੀਂ ਰਿਪੋਰਟ ਆਈ ਹੈ ਹੁਣ ਲੈ ਕੇ ਸਾਰੀ ਇਕਨੋਮੀ ਦੀ, ਪੂਰੇ ਵਰਲਡ ਦੀ ਇਕਨੋਮੀ ਨੂੰ ਲੈ ਕੇ, 2007 ਤੇ 2008 ਦੇ ਵਿੱਚ ਜਿਹੜੀ ਮੰਦੀ ਸੀਗੀ ਪੂਰੀ ਦੁਨੀਆ ਦੇ ਵਿੱਚ, ਉੱਦਾਂ ਦੀ ਮੰਦੀ ਹੁਣ ਨੂੰ ਦੇਖਣ ਨੂੰ ਮਿਲ ਰਹੀ, ਪਰ ਦਿਸ਼ਾ ਉਹ ਨਹੀਂ ਹੈਗੀ, ਦਿਸ਼ਾ ਵੱਖਰੀ ਹੈ। ਕਿਉਂਕਿ ਜਦੋਂ ਅਮਰੀਕਾ ਦੀ ਅਰਥ ਵਿਵਸਥਾ ਦੇ ਥੋੜੀ ਜਿਹੀ ਖੜੋਤ ਆਈ ਹੈ, ਉੱਥੋਂ ਇਹ ਖਰਚਾ ਪੈਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਪੂਰੀ ਵਰਲਡ ਇਕਨੋਮੀ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਜਾਵੇ, ਇਹ ਖੜੋਤ ਦੇਖਣ ਨੂੰ ਮਿਲੇ, ਕਿਉਂਕਿ ਉੱਥੇ GDP ਥੱਲੇ ਜਾ ਰਹੀ ਹੈ। ਸੋ ਗੱਲ ਉੱਥੇ ਆ ਗਈ, ਜਿਹੜਾ ਤੁਸੀਂ ਕਹਿਣਾ ਹੇਠਲੀ ਬੋਰੀ, ਉੱਥੇ ਵੀ ਇਹ ਗੱਲ ਆਉਂਦੀ ਹੈ ਕਿ ਮਰੇਗਾ ਕੌਣ? ਮਰੇਗਾ ਗਰੀਬ ਆਦਮੀ, ਮੀਡੀਓਕਰ, ਪਾਵਰਟੀ ਲਾਈਨ ਤੋਂ ਥੱਲੇ ਨੇ ਜਿਹੜੇ, ਠੀਕ ਹੈ ਨਾ। ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ, ਪੈਟਰੋਲ ਡੀਜ਼ਲ ਸਭ ਮਹਿੰਗਾ, ਜਿਹੜੀਆਂ ਜ਼ਰੂਰੀ ਵਸਤੂਆਂ ਨੇ ਜ਼ਿੰਦਗੀ ਨੂੰ ਚਲਾਉਣ ਵਾਸਤੇ ਉਹ ਸਭ ਮਹਿੰਗੀਆਂ, ਠੀਕ ਹੈ। ਜਿਹੜੇ ਅਮੀਰ ਆਦਮੀ ਨੇ, ਵੱਡੇ ਵੱਡੇ ਧਨਾੜ ਲੋਕ ਨੇ, ਉਹਦਾ ਕੋਈ ਨਾ ਕੋਈ ਇੰਤਜ਼ਾਮ ਕਰ ਲੈਣਗੇ, ਪਰ ਜਿਹੜਾ ਹੈਂਡ ਟੂ ਮਾਊਥ ਆ, ਰੋਜ਼ ਖੂਹ ਖੱਟਣਾ ਤੇ ਰੋਜ਼ ਪਾਣੀ ਪੀਣਾ, ਉਹ ਕਿੱਥੇ ਜਾਊ? ਪ੍ਰੋਬਲਮ ਇਹ ਹੈ, ਪੂਰੀ ਵਰਲਡ ਦੇ ਵਿੱਚ ਇਹ ਇਕਨੋਮੀ ਦਾ ਇਹ ਹਾਲ ਹੋਇਆ, ਮੰਦੀ ਦਾ ਇਹ ਹਾਲ ਹੈ, ਤਾਂ ਇੱਥੇ ਵੀ ਉਹ ਹਾਲ ਹੈ। ਔਰ ਉਹਦੇ ਨਾਲ ਮੁਸੀਬਤਾਂ, ਕਿਸਾਨ ਦੀਆਂ ਮੁਸੀਬਤਾਂ, ਠੀਕ ਹੈ ਨਾ। ਔਰ ਕਿਸਾਨ ਦੀਆਂ ਮੁਸੀਬਤਾਂ ਇੰਨੀਆਂ ਜ਼ਬਰਦਸਤ ਨੇ ਕਿ ਉਧਰ ਫੂਡ ਕ੍ਰਾਈਸਿਸ ਖੜਾ ਹੋ ਗਿਆ ਯੂਕਰੇਨ ਤੇ ਰਸ਼ੀਆ ਕਰਕੇ। ਔਰ ਫੂਡ ਕ੍ਰਾਈਸਿਸ ਜੇ ਪੂਰੀ ਦੁਨੀਆ 'ਚ ਹੋ ਗਿਆ ਔਰ ਅਸੀਂ ਕਿਸਾਨੀ ਨੂੰ ਸਪੋਰਟ ਨਾ ਕੀਤਾ, ਜਿਉਂਦੇ ਹੀ ਨਹੀਂ ਰਵਾਂਗੇ ਤੇ ਬਾਕੀ ਮਸਲੇ ਹੱਲ ਕਿੱਥੋਂ ਕਰਨੇ ਨੇ ਜੀ। ਅੱਛਾ, ਆਪਾਂ ਕਹਿੰਦੇ ਆ ਕਿ ਇੱਕ ਵਰਲਡ ਫੋਰਮ ਬਣਿਆ ਹੋਇਆ, ਇੰਨੇ ਦਿਨ ਹੋ ਗਏ ਲੜਾਈ ਨੂੰ, ਵਰਲਡ ਫੋਰਮ ਨੇ ਵੀ ਕੀ ਕੀਤਾ? ਸਮਝੌਤੇ ਲਈ ਕੋਈ ਗੱਲ ਹੀ ਨਹੀਂ ਕਰਦਾ। ਕੋਈ ਕਹਿੰਦਾ ਜੀ ਮੈਂ ਇਹਨੂੰ ਸਪੋਰਟ ਕਰੀ ਜਾਣ, ਮੈਂ ਕੋਈ ਕਹਿੰਦਾ ਇਹਨੂੰ ਸਪੋਰਟ ਕਰੀ ਜਾਣ ਡਿਆ। ਇੱਕ ਵਿਚਲੀ ਇੱਕ ਟਾਕ ਆਫ ਟੇਬਲ ਦੀ ਜਿਹੜੀ ਟੇਬਲ ਟਾਕ ਹੈ, ਉਹਦੇ ਤੇ ਕੋਈ ਨਹੀਂ ਆ ਰਿਹਾ, ਨਾ ਹੀ ਕੋਈ ਲੈ ਕੇ ਆ ਰਿਹਾ ਉਹਨਾਂ ਨੂੰ। ਵਰਲਡ ਟ੍ਰੇਡ ਯੂਨੀਅਨ ਨੇ ਗੱਲਬਾਤ ਕੀਤੀ, ਵਿੱਚ ਆਏ ਯੂਕਰੇਨ ਤੇ ਰਸ਼ੀਆ ਦਾ ਇਹ ਫੈਸਲਾ ਹੋਇਆ ਕਿ ਜਿਹੜਾ ਖੜੇ ਨੇ ਕੈਂਟਰਸ, ਸ਼ਿਪਸ ਖੜੇ ਨੇ ਜਿਹਦੇ ਵਿੱਚ ਅਨਾਜ ਹੈ, ਉਹਨੂੰ ਰਿਲੀਜ਼ ਕੀਤਾ ਜਾਏ, ਲੰਘਣ ਦਿੱਤਾ ਜਾਏ, ਤਾਂ ਕਿ ਜਿਹੜੀ ਫੂਡ ਪ੍ਰੋਬਲਮ ਖੜੀ ਹੋਈ ਆ ਉੱਦਾਂ ਨਜਿੱਠਿਆ ਜਾ ਸਕੇ। ਹਜੇ 24 ਘੰਟੇ ਨਹੀਂ ਬੀਤੇ ਸੀ, ਮਿਜ਼ਾਈਲਾਂ ਦੇ ਹਮਲੇ ਉੱਥੇ ਹੀ ਬੰਦਰਗਾਹ ਤੇ ਹੋਣੇ ਸ਼ੁਰੂ ਹੋ ਗਏ। ਹੁਣ ਦੱਸੋ ਇਹ ਸਮਝੌਤੇ ਕਿੱਥੇ ਗਏ? ਸਮਝੌਤੇ ਕਿੱਥੇ ਨੇ? ਗੱਲ ਇਹ ਹੈ ਨਾ ਕਿ ਟੇਬਲ ਤੇ ਲਿਆਉਣ ਦੇ ਲਈ ਨਾ ਤੇ ਯੂਰਪੀਅਨ ਯੂਨੀਅਨ ਗੱਲ ਕਰ ਰਹੀ ਹੈ, ਜਿਹਦਾ ਕਰਕੇ ਪੂਰੀ ਗੱਲ ਦਾ ਗੇੜ ਪਿਆ ਆ, ਤੇ ਨਾ ਹੀ ਰਸ਼ੀਆ ਦੇ ਜਿਹੜੇ ਸਪੋਰਟਰਸ ਨੇ ਉਹ ਉਹਨਾਂ ਨੂੰ ਟੇਬਲ ਤੇ ਉੱਤੇ ਲੈ ਕੇ ਆਉਣ। ਤੁਸੀਂ ਦੇਖੋ ਨਾ, এনवायरमेंट ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਕਾਨਫਰੰਸ ਹੁੰਦੀ ਆ, ਰਿਜ਼ਲਟ ਕੀ ਨਿਕਲਦਾ? ਕੁਝ ਵੀ ਨਹੀਂ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਕੀਤੀ, ਸਾਰੀ ਕਾਨਫਰੰਸ ਹੋਈ, ਰਿਜ਼ਲਟ ਕੀ ਨਿਕਲਿਆ? ਕੁਝ ਵੀ ਨਹੀਂ। UNO ਕਿੱਥੇ ਗਈ ਹੈ? ਸਮਝੌਤਾ ਕਿਉਂ ਨਹੀਂ ਹੁੰਦਾ ਪਿਆ? ਰਸ਼ੀਆ ਤੇ ਯੂਕਰੇਨ ਦੇ ਵਿੱਚ 4 ਮਹੀਨੇ ਤੋਂ ਜ਼ਿਆਦਾ ਹੋ ਗਿਆ, ਜੰਗ ਨੂੰ ਭੜਕਾਉਣ ਵਾਸਤੇ ਲੱਗੇ ਹੋਏ ਆ, ਅਸੀਂ ਫਾਈਨੈਂਸ਼ੀਅਲ ਸਪੋਰਟ ਦੇ ਰਹੇ ਹਾਂ, ਅਸੀਂ ਹਥਿਆਰ ਦੇ ਰਹੇ ਹਾਂ, ਤੁਸੀਂ ਜੰਗ ਕਿਉਂ ਨਹੀਂ ਰੋਕਦੇ ਪਏ? ਵਾਈ? ਕੋਈ ਵੱਡਾ ਮਸਲਾ ਤਾਂ ਨਹੀਂ ਹੈਗਾ, ਸਾਰੀਆਂ ਗੱਲਾਂ ਦਾ ਹੱਲ ਹੋ ਸਕਦਾ। ਉਹ ਟੇਬਲ ਤੇ ਲੈ ਕੇ ਨਹੀਂ ਨਾ ਆ ਰਹੇ ਦੋਹਾਂ ਨੂੰ ਟੇਬਲ ਤੇ ਲਿਆਉਣਾ ਬਹੁਤ ਜ਼ਰੂਰੀ ਹੈ ਇਸ ਸਮੇਂ, ਤਾਂ ਜੋ ਪੂਰੇ ਦੁਨੀਆ ਦੀ, ਕਿਉਂਕਿ ਹੁਣ ਇੱਕ ਮੁਲਕ ਗਲੋਬਲ ਬਣ ਗਿਆ, ਗਲੋਬਲ ਬਣ ਗਿਆ। ਹੁਣ ਜਿਸ ਪਾਰਟ ਦੇ ਉੱਤੇ ਰਸ਼ੀਆ ਦਾ ਕਬਜ਼ਾ ਹੋ ਗਿਆ ਹੈ ਯੂਕਰੇਨ ਦੇ, ਉਹ ਕੀ ਕਹਿ ਰਿਹਾ ਕਿ ਉੱਥੋਂ ਦੇ ਜਿਹੜੇ ਦੋਨਬਾਜ਼ ਦੀ ਗੱਲ ਕਰ ਰਹੇ ਹੋ ਤੁਸੀਂ, ਨਾਗਰਿਕ ਹੈ, ਉਹ ਜਿਹੜੇ ਨਾਗਰਿਕ ਨੇ ਉਹ ਰਸ਼ੀਆ ਦੇ ਨਾਗਰਿਕ ਹੋ ਸਕਦੇ ਨੇ, ਉਹਨਾਂ ਨੂੰ ਪਾਸਪੋਰਟ ਵੀ ਜਾਰੀ ਕੀਤਾ ਜਾਵੇ, ਉਹਨਾਂ ਨੂੰ ਨਾਗਰਿਕਤਾ ਵੀ ਦਿੱਤੀ ਜਾਵੇਗੀ। ਪਹਿਲਾਂ ਵੀ ਕਾਰਡ ਖੇਡਿਆ ਸੀ ਕਿ ਸਾਰੇ ਯੂਕਰੇਨ ਵਾਸੀਆਂ ਨੂੰ ਮੈਂ ਰਸ਼ੀਆ ਦਾ ਨਾਗਰਿਕ ਬਣਾਉਣ ਨੂੰ ਤਿਆਰ ਹਾਂ। ਹੁਣ ਜਿਹੜੇ ਇਲਾਕੇ ਤੇ ਕਬਜ਼ਾ ਹੈ, ਉਸ ਇਲਾਕੇ ਦੇ ਉੱਤੇ ਟੈਲੀਵਿਜ਼ਨ ਨੈਟਵਰਕ ਵੀ ਸ਼ੁਰੂ ਹੋ ਗਿਆ ਹੈ ਰਸ਼ੀਆ ਦਾ, ਔਰ ਬਾਕਸਿਸ ਸੈਟਅਪ ਕੀਤੇ ਜਾ ਰਹੇ ਨੇ ਤਾਂ ਕਿ ਰਸ਼ੀਆ ਦਾ ਜਿਹੜਾ ਪ੍ਰੋਪੇਗੈਂਡਾ ਹੈ, ਜਿਹੜੇ ਓਪੀਨੀਅਨ ਮੋਲਡਰਸ ਬੈਠੇ ਨੇ, ਉਹ ਯੂਕਰੇਨ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਣ। ਸੋ ਇਹ ਸਾਰੇ ਤਮਾਸ਼ੇ ਚੱਲਦੇ ਪਏ। ਅੱਛਾ, ਆਪਾਂ ਹੁਣ ਰਸ਼ੀਆ ਤੋਂ ਅੱਜ ਕੇ ਆਪਣੇ ਪੰਜਾਬ ਆ ਜਾਈਏ, ਪਿੰਡ ਆ ਜਾਈਏ। ਆਪਾਂ ਗੱਲ ਤਾਂ ਉਹੀ ਆ, ਮਤਲਬ ਭਾਵੇਂ ਰਸ਼ੀਆ ਲੈ ਲਓ, ਯੂਕਰੇਨ ਲੈ ਲਓ, ਭਾਵੇਂ ਚੀਨ ਲੈ ਲਓ, ਭਾਵੇਂ ਅਮਰੀਕਾ ਲੈ ਲਓ, ਭਾਵੇਂ ਭਾਰਤ ਲੈ ਲਓ, ਭਾਵੇਂ ਪੰਜਾਬ ਲੈ ਲਓ, ਮਸਲਾ ਹਿਊਮਨ ਸਾਈਕੀ ਦਾ, ਮਤਲਬ ਮਸਲਾ ਖੜਾ ਰੱਖਣਾ ਹੈ, ਮਸਲਾ ਹੱਲ ਨਹੀਂ ਕਰਨਾ। ਕਿਉਂਕਿ ਜੇ ਮਸਲਾ ਹੱਲ ਹੋ ਗਿਆ ਤੇ ਫਿਰ ਰਾਜਨੀਤੀ ਕਿਵੇਂ ਚਮਕਾਵਾਂਗੇ, ਰਾਜਨੀਤੀ ਦੀ ਦੁਕਾਨ ਕਿਵੇਂ ਵਾਪਸ ਹੋਣੇ ਆ, ਪਿੰਡ ਵਾਪਸ ਆ ਜਾਂਦੇ। ਪਿੰਡ ਦੀ ਗੱਲ ਕਰ ਲੈਂਦੇ ਆ। ਕਹਿੰਦੇ ਜੀ ਚੇਤਨ ਸਿੰਘ ਜੋੜ ਮਾਜਰਾ ਕਰਕੇ
ਮਨੋਹਰ ਸਿੰਘ ਦੀ ਘਰ ਵਾਲੀ ਜਿਹੜੇ ਕਿ ਸਾਬਕਾ ਸੀਐਮ ਦੇ ਭਰਾ ਨੇ, ਉਹਨਾਂ ਦੀ ਭਾਬੀ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਹਾਂਜੀ, ਉਹ ਵੀ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਨੇ, ਡਾਕਟਰ ਨੇ ਸੁੱਖ ਨਾਲ। ਸੋ ਇਦਾਂ ਚੀਫ ਮੈਡੀਕਲ ਆਫੀਸਰ ਸੀਗੇ ਖਰੜ ਦੇ ਵਿੱਚ। ਕਹਿੰਦੇ ਜੀ ਥੋੜੇ ਦਿਨ ਪਹਿਲਾਂ ਆਏ ਸੀਗੇ ਤੇ ਕਹਿੰਦੇ ਸੁਭਾਅ ਸੁਭੂ ਬੜਾ ਗਰਮ ਰਿਹਾ, ਜਿੱਦਾਂ ਯੂਨੀਵਰਸਿਟੀ ਦੇ ਵਿੱਚ ਸੀਗਾ ਚੇਤਨ ਸਿੰਘ ਜੋੜ ਮਾਜਰਾ ਦਾ। ਹਾਲਾਂਕਿ ਹੁਣ ਮੀਡੀਆ ਨੇ ਪੁੱਛਿਆ ਮਨਿੰਦਰ ਕੌਰ ਜੀ ਨੂੰ ਵੀ ਤੁਸੀਂ ਕਾਹਤੋਂ ਅਸਤੀਫਾ ਦੇ ਦਿੱਤਾ, ਉਹ ਕਹਿੰਦੇ ਵੀ ਮੇਰੇ ਪਰਸਨਲ ਰੀਜ਼ਨ ਆ। ਹੁਣ ਸਭ ਨੂੰ ਪਤਾ ਪਰਸਨਲ ਰੀਜ਼ਨ ਕੀ ਹੋ ਸਕਦੇ ਨੇ, ਕਿੱਦਾਂ ਹੋ ਸਕਦੇ ਨੇ, ਪਰ ਲੱਗਦਾ ਹੈ ਕਿ ਚੇਤਨ ਸਿੰਘ ਜੋੜ ਮਾਜਰਾ ਜ਼ਿਆਦਾ ਹੀ ਗਰਮ ਜਾਪਦੇ ਆ। ਜ਼ਿਆਦਾ ਗਰਮ ਜਾਪਦੇ ਆ, ਗਰਮ ਹੋਣਾ ਅਲੱਗ ਗੱਲ ਹੈ, ਪਰ ਜਿਹੜਾ ਤੁਸੀਂ ਬਿਹੇਵੀਅਰ ਤੁਸੀਂ ਠੀਕ ਨਹੀਂ ਨਾ ਰੱਖਦੇ, ਉਹ ਵੱਖਰੀ ਗੱਲ ਹੁੰਦੀ ਹੈ। ਨਹੀਂ, ਮੈਂ ਤਾਂ ਇੱਥੇ ਤੁਹਾਨੂੰ ਦਰੁਸਤ ਕਰ ਦਵਾਂ, ਤੁਸੀਂ ਗੱਲ ਗਰਮਜੋਸ਼ੀ ਦੀ ਗੱਲ ਕਰ ਰਹੇ ਆ। ਗਰਮਜੋਸ਼ੀ ਹੋਣੀ ਅਲੱਗ ਗੱਲ ਹੈ ਤੇ ਗਰਮ ਹੋਣਾ ਅਲੱਗ ਗੱਲ ਹੈ। ਦੇਖੋ, ਜੋਸ਼ ਹੋਸ਼ ਬੜਾ ਪਿਆਰਾ ਇੱਕ ਸੰਤੁਲਨ ਰੱਖਣਾ ਪੈਂਦਾ। ਹੋਸ਼ ਹੋਣਾ ਜ਼ਰੂਰੀ ਹੈ ਜੋਸ਼ ਦੇ ਵਿੱਚ, ਠੀਕ ਹੈ ਨਾ। ਸਿਰਫ ਹੋਸ਼ ਨਾਲ ਵੀ ਕੰਮ ਨਹੀਂ ਚੱਲੂਗਾ, ਜੋਸ਼ ਵੀ ਜ਼ਰੂਰੀ ਹੈ। ਹਾਲਾਂਕਿ ਉੱਥੇ ਦੇ ਜਿਹੜਾ ਸਟਾਫ ਹੈ ਸੰਜੀਵ ਜੀ, ਉਹਨਾਂ ਨੇ ਵੀ ਕਨਫਰਮ ਕੀਤਾ, ਕਹਿੰਦੇ ਵੀ ਚੇਤਨ ਸਿੰਘ ਜੋੜ ਮਾਜਰਾ ਹੁਣ ਦੇ ਰੁੱਖ ਹੀ ਵੱਖਰੇ ਨੇ। ਸਰ ਜੀ, ਜੋਸ਼ ਦੇ ਉੱਤੇ ਨਾ ਹੋਸ਼ ਦੀ ਲਗਾਮ ਜ਼ਰੂਰੀ ਆ। ਜੇ ਉਹ ਲਗਾਮ ਨਹੀਂ ਹੈਗੀ ਤਾਂ ਕੁਝ ਵੀ ਹੋ ਸਕਦਾ। ਹੁਣ ਗੱਲ ਹੋ ਰਹੀ ਹੈ ਕਿ ਉਹਨਾਂ ਦਾ ਮਹਿਕਮਾ ਬਦਲ ਦਿਓ, ਉਹ ਮਹਿਕਮਾ ਬਦਲਣ ਦੀ ਗੱਲ ਨਹੀਂ ਹੋ ਰਹੀ, ਉਹਨਾਂ ਦਾ ਸੁਭਾਅ ਬਦਲਣ ਦੀ ਗੱਲ ਹੋ ਰਹੀ ਹੈ। ਉਹਨਾਂ ਦਾ ਕੰਡਕਟ ਬਦਲ ਦਿਓ ਤੁਸੀਂ। ਕੰਡਕਟ ਬਦਲੋ ਨਾ। ਜਿਵੇਂ ਆਪਾਂ ਕਹਿੰਦੇ ਆ ਕਿ ਪੁਲਿਸ ਮੁਲਾਜ਼ਮਾਂ ਦਾ ਕੰਡਕਟ ਠੀਕ ਨਹੀਂ, ਉਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਤਾਂ ਫਿਰ ਵਿਧਾਇਕਾਂ ਦੀ ਵੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਨਾ। ਤੁਸੀਂ ਜਾ ਕੇ ਪਬਲਿਕਲੀ ਕਿੱਦਾਂ ਤੁਸੀਂ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਨੂੰ ਮਿਲਣ ਗਏ ਸੀ, ਉਹ ਕਹਿੰਦੇ ਜੀ ਉਹਨਾਂ ਨੇ ਮਿਲਿਆ ਨਹੀਂ, ਉਹਨਾਂ ਨੇ ਕਿਹਾ ਵੀ ਠੀਕ ਆ, ਬਾਹਰੋਂ ਹੀ ਕਿਤੇ ਗੱਲ-ਗੁਲ ਹੋ ਗਈ ਤੇ ਮਿਲ ਲੈਂਦੇ। ਤੇ ਮੈਂ ਕਿਹਾ ਬੜਾ ਜੀ ਦੱਸ ਦਿੰਦੇ ਵੀ ਕਲਾਸ ਲਾ ਦਿੰਦੇ ਵੀ ਇੱਦਾਂ ਵੀ ਗੱਲ ਕਰੀ ਦੀ ਹੁੰਦੀ ਆ। ਗੱਲਾਂ ਇਹ ਨੇ ਨਾ ਸਰ ਕਿ ਖੈਰਾ ਸਾਹਿਬ, ਕਿ ਜਿਨ੍ਹਾਂ ਲੋਕਾਂ ਨੂੰ ਇਹ ਉਮੀਦ ਨਹੀਂ ਸੀਗੇ ਕਿ ਅਸੀਂ ਕਿਸੇ ਪਿੰਡ ਦੇ ਸਰਪੰਚ ਬਣ ਸਕਦੇ ਹਾਂ, ਉਹ ਐਮਐਲਏ ਬਣ ਗਏ ਨੇ। ਤੇ ਹੁਣ ਉਹ ਸੁਭਾਅ 'ਚ ਉਹ ਚੀਜ਼ ਤਾਂ ਆ ਹੀ ਜਾਂਦੀ ਹੈ। ਉਹ ਮੈਨੂੰ ਕਹਾਵਤ ਯਾਦ ਆ ਗਈ, ਕਹਿੰਦੇ ਨਵੀਂ ਰੱਜੀ ਤੇ ਸ਼ਹਿਰ ਜਾਣ ਲੱਗੀ। ਉਹ ਉਹੀ ਗੱਲ ਆ ਵੀ ਹੁਣ ਜਦੋਂ ਸ਼ਹਿਰ ਨਵਾਂ ਜਾਣ ਲੱਗ ਪੈਂਦਾ, ਫਿਰ ਉਹ ਵੀ ਲੈ ਲਾ, ਆਹ ਵੀ ਲੈ ਲਾ, ਉਹ ਵੀ ਲੈ ਲਾ, ਤੇ ਧਾਮ ਚੌਂਕ ਨੂੰ ਦੇਖ ਕੇ ਬੰਦਾ ਕਹਿੰਦਾ ਮੈਂ ਫਲਾਨੀ ਚੀਜ਼ ਦੇਖੀ ਆ। ਹੁਣ ਇਹਨਾਂ ਦੇ ਨਾਲ ਵੀ ਮੈਨੂੰ ਲੱਗਦਾ ਸ਼ਾਇਦ ਇਹੀ ਤੁਹਾਡੀ ਗੱਲ ਕਹਿਣ ਹੁਣ। ਬਿਲਕੁਲ ਸਹੀ ਗੱਲ ਆ ਕਿ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਕੀ ਲੈ ਰਹੇ ਹੋ। ਹੁਣ ਪੁਆਇੰਟ ਇਹ ਆ ਜਾਂਦਾ, ਮਾਨ ਸਾਹਿਬ ਨੇ ਮਾਫੀ ਮੰਗ ਲਈ ਵਾਈਸ ਚਾਂਸਲਰਸ ਉਹਨਾਂ ਕੋਲੋਂ, ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਅਸਤੀਫਾ, ਠੀਕ ਹੈ, ਦੁਬਾਰਾ ਰੀਕਨਸੀਡਰ ਕਰੋ ਔਰ ਅਸਤੀਫਾ ਨਾ ਦਿਓ, ਠੀਕ ਹੈ, ਦੈਟਸ ਅ ਡਿਫਰੈਂਟ ਸਟੋਰੀ। ਹੁਣ ਜਿਹੜੇ ਜੋੜ ਮਾਜਰਾ ਸਾਹਿਬ ਨੇ, ਇਹਨਾਂ ਦਾ ਕੀ ਇਲਾਜ ਹੈ? ਇਹਨਾਂ ਦੇ ਖਿਲਾਫ ਕਿਹੜਾ ਐਕਸ਼ਨ ਲੈ ਰਹੇ ਨੇ ਭਗਵੰਤ ਮਾਨ? ਵੈਸੇ ਉਧਰ ਮੰਨਣ ਦੇ BC ਸਾਹਿਬ ਵੀ ਨਹੀਂ ਮੰਨਣ ਦੇ, ਉਹ ਕਹਿੰਦੇ ਵੀ ਮੈਂ ਤੇ ਅਸਤੀਫਾ ਦੇ ਕੇ ਛੱਡੂੰਗਾ। ਗਰਮ ਹੋ ਗਿਆ ਮਾਮਲਾ, ਕਾਫੀ ਮਾਮਲਾ ਗਰਮ ਆ। ਹੁਣ ਦੇਖੋ ਕਿਹੜੇ ਪਾਸੇ ਜਾਂਦਾ। ਵੈਸੇ ਇਹ ਗਲਤ ਗੱਲ ਆ, ਔਰ ਪਬਲਿਕ ਇਹ ਵੀ ਕਹਿ ਰਹੀ ਹੈ ਕਿ ਜੋੜ ਮਾਜਰਾ ਜੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ, ਉਹਨਾਂ ਦਾ ਅਸਤੀਫਾ ਲੈ ਲਿੱਤਾ ਜਾਵੇ ਜ਼ਬਰਦਸਤੀ ਮੁੱਖ ਮੰਤਰੀ। ਨਹੀਂ, ਮੈਨੂੰ ਇਹ ਲੱਗਦਾ ਚਲੋ ਅਸਤੀਫੇ ਦੀ ਗੱਲ ਤੇ ਨਹੀਂ, ਕਿ ਪਬਲਿਕਲੀ ਮਾਫੀ ਜ਼ਰੂਰ ਮੰਗਣੀ ਚਾਹੀਦੀ ਦੋਹਾਂ ਨੂੰ। ਔਰ ਕਿੱਡੀ ਕੁ ਗੱਲ ਆ ਜਾ ਕੇ ਚੇਤਨ ਸਿੰਘ ਜੋੜ ਮਾਜਰਾ ਜਾ ਕੇ ਗਫਲੀ ਲੈ ਲੈਣ, ਇੱਕ ਕਹਿਣ ਵੀ ਮੇਰੇ ਤੋਂ ਗਲਤੀ ਹੋ ਗਈ, ਬਈ ਤੁਸੀਂ ਬਹੁਤ ਵੱਡੇ ਹੋ ਮੇਰੇ ਤੋਂ। ਖੈਰਾ ਸਾਹਿਬ, ਇਹ ਕੋਈ ਨਵੀਂ ਗੱਲ ਥੋੜਾ। ਵਿਧਾਇਕ ਕਰਦੇ ਕੀ ਪਏ ਨੇ ਆਮ ਆਦਮੀ ਪਾਰਟੀ ਦੇ, ਜਾ ਕੇ ਇਦਾਂ ਦਾ ਵਤੀਰਾ ਕਰਦੇ ਨੇ, ਫਿਰ ਜਦੋਂ ਪ੍ਰੈਸ਼ਰ ਪੈਂਦਾ 3-4 ਦਿਨਾਂ ਬਾਅਦ ਜਾ ਕੇ ਮਾਫੀ ਮੰਗ ਲੈਂਦੇ ਨੇ। ਇਹ ਤਾਂ ਚੱਲਦਾ ਪਿਆ, ਇਹ ਨਵੀਂ ਗੱਲ ਕਿਹੜੀ ਹੈ? ਪਹਿਲਾਂ ਵੀ ਤਾਂ ਇਦਾਂ ਦੀ ਗੱਲਾਂ ਹੋਈਆਂ ਹੀ ਨੇ, ਮਾਫੀ ਮੰਗ ਲੈਂਦੇ ਆ, ਜਦੋਂ ਪ੍ਰੈਸ਼ਰ ਪੈਂਦਾ ਮਾਫੀ ਮੰਗ ਲੈਂਦੇ ਆ। ਪ੍ਰੋਬਲਮ ਇਹ ਹੈ ਕਿ ਪਹਿਲਾਂ ਤੁਸੀਂ ਇਹ ਕੀਤਾ ਕਿਉਂ? ਕਮ ਸੇ ਕਮ ਕੰਡਕਟ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ, ਹਿਊਮਨ ਬਿਹੇਵੀਅਰ ਕੀ ਹੈ, ਜੈਂਟਲਮੈਨਸ ਬਿਹੇਵੀਅਰ ਕੀ ਆ। ਠੀਕ ਹੈ, ਸਰਕਾਰ ਚਲਾਉਣਾ ਵੱਖਰੀ ਗੱਲ ਹੈ, ਪਰ ਬੰਦੇ ਨੂੰ ਗੱਲ ਕਰਨ ਦਾ ਤੇ ਪਤਾ ਹੋਵੇ ਨਾ, ਗੱਲ ਕਿਵੇਂ ਕਰਨੀ ਹੈ। ਕੋਈ ਵੱਡੇ ਛੋਟੇ ਦਾ ਕੋਈ ਲਿਹਾਜ਼ ਤੇ ਹੋਣਾ ਚਾਹੀਦਾ ਨਾ। ਇਹ ਥੋੜਾ ਮੈਂ ਵਿਧਾਇਕ ਹੈਗਾ ਤੇ ਸਭ ਨੂੰ ਜਾ ਕੇ ਮੈਂ ਗਲੇ ਤੋਂ ਹੀ ਫੜ ਲੈਣਾ। ਇਹਦਾ ਸਾਡਾ ਸੰਵਿਧਾਨ ਵੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਗਲੇ ਤੋਂ ਫੜਨਾ, ਕਿਸੇ ਦੀ ਬੇਇੱਜ਼ਤੀ ਕਰਨੀ ਹੈ, ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਜਿਹੜਾ ਵੀ ਕੰਮ ਕਰੋ ਸੰਵਿਧਾਨ ਦੇ ਦਾਇਰੇ ਵਿੱਚ ਕਰੋ। ਜਿਹੜੀ ਪਬਲਿਕ ਤੁਹਾਨੂੰ ਪਾਵਰ ਵਿੱਚ ਬਿਠਾ ਸਕਦੀ ਹੈ ਨਾ, ਉਹ ਪਾਵਰ ਤੋਂ ਫੜ ਕੇ ਲਾ ਵੀ ਸਕਦੀ ਹੈ। ਬਹੁਤ ਦਰੁਸਤ ਗੱਲ ਹੈ। ਦੇਖਿਆ ਹੈ ਅਕਾਲੀ ਪਾਰਟੀ ਦਾ ਜੋ ਹਾਲ ਕੀਤਾ ਪਬਲਿਕ ਨੇ, 2 ਵਾਰੀ ਦੀ ਰਿਪੀਟ ਔਰ 3 ਜਾਣੇ ਰਹਿ ਗਏ ਨੇ ਸਿਰਫ। ਅੱਛਾ, ਹੋਰ ਕਿਹੜੀ ਫਿਰ ਆਪਾਂ ਗੱਲ ਕਰਦੇ ਹਾਂ ਜੀ ਕਿ ਇੱਕ GST ਦਾ ਹੁਣ ਚੱਕਰ ਪੈ ਗਿਆ ਹੈ ਕਿ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉੱਥੇ ਆਪਾਂ ਸਾਰੇ ਜਾਣਦੇ ਹਾਂ, ਜਿਹੜੀਆਂ ਸਰਾਵਾਂ ਨੇ, ਲੋਕ ਬਾਹਰੋਂ ਆ ਕੇ ਠਹਿਰਦੇ ਨੇ, ਉੱਥੇ GST ਲਗਾ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਵੱਲੋਂ। ਅੱਛਾ, ਪਹਿਲਾਂ GST ਲੰਗਰ ਦੇ ਉੱਤੇ ਬਹੁਤ ਰੌਲਾ ਸੀ, ਫਿਰ ਪ੍ਰਸ਼ਾਦ ਦੇ ਉੱਤੇ ਬਹੁਤ ਰੌਲਾ ਸੀ ਕਿ ਫਿਰ ਪ੍ਰਸ਼ਾਦ ਫ੍ਰੀ ਕਰਾਇਆ, ਪਹਿਲਾਂ ਲੰਗਰ ਫ੍ਰੀ ਕਰਾਇਆ, ਫਿਰ ਪ੍ਰਸ਼ਾਦ ਦੋਹੇ ਫ੍ਰੀ ਕਰਾਤੇ। ਹੁਣ ਸਰਾਵਾਂ ਦੇ ਉੱਤੇ GST ਹੈ। ਪਤਾ ਨਹੀਂ ਇਹ ਕੀ ਚੱਕਰ ਹੈ, ਪਰ ਦੇਖੋ ਮੈਨੂੰ ਇਹ ਲੱਗਦਾ ਸੀ ਕਿ ਜੇ ਤੁਸੀਂ ਇੱਕ ਸਿਸਟਮ ਦੇ ਵਿੱਚ ਰਹਿਣਾ ਆ, ਜੇ ਸਰਕਾਰ, ਚਲੋ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇੱਦਾਂ ਦੀਆਂ ਕਿ ਅਸੀਂ ਉਸ ਫੰਡ ਨੂੰ ਦੂਸਰੀ ਜਗ੍ਹਾ ਵੀ ਵਰਤਦੇ ਹਾਂ। ਬਹੁਤ ਸੰਗਤ ਆਉਂਦੀ ਹੈ, ਜੇ GST ਦੀ ਜੇ ਦਰ ਘਟਾ ਦਿੱਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੇ ਤੁਸੀਂ ਖਤਮ ਨਹੀਂ ਕਰ ਸਕਦੇ, ਦਰ ਘਟਾ ਦਿਓ, ਕਿਉਂਕਿ ਬਾਕੀ ਜਗ੍ਹਾ ਦੇ ਨਾਲੋਂ, ਕਿਉਂਕਿ ਉੱਥੇ ਹਰ ਕੋਈ ਆਉਂਦਾ ਆ, ਹਰ ਕੋਈ ਸਰਾਵਾਂ ਦੇ ਵਿੱਚ ਰਹਿੰਦਾ। ਵੈਸੇ ਤਾਂ ਪੰਜਾਬ ਦਾ ਇੱਕ ਅਸੂਲਨ ਹੁੰਦਾ ਕਿ ਸਰਾਵਾਂ ਫ੍ਰੀ ਨੇ, ਪਰ ਹੁਣ ਸਰਾਵਾਂ ਫ੍ਰੀ ਰਹੀਆਂ ਨਹੀਂ।
ਇੱਕ ਅਸੂਲਨ ਹੈ ਨਾ, ਤੁਸੀਂ ਦੇਖੋ ਜਿੱਦਾਂ ਹੁਣ ਗੁਰੂ ਰਾਮਦਾਸ ਸਰਾਜ ਜਿਹੜੀ ਮੋੜੇ ਬਣੀ ਆ, ਜਿਹੜੀ ਬੜੀ ਲਗਜ਼ਰੀ ਹੋਟਲ ਵਰਗੀ ਆ, ਉੱਥੇ ਤੁਹਾਨੂੰ 1200 ਖਰੇ 1500 ਰੁਪਇਆ ਦੇਣਾ ਪੈਂਦਾ ਰਾਤ ਰਹਿਣ ਦੇ ਲਈ। ਉਹ ਵੀ ਚੰਗੀ ਗੱਲ ਦੇਂਗੀ, ਫਿਰ ਤੇ ਇਹਨਾਂ ਨੂੰ ਵੀ ਸਰਾਵਾਂ ਫ੍ਰੀ ਚਾਹੀਦੀਆਂ ਨੇ ਇਹਨਾਂ ਦੇ ਲਈ। ਹੁਣ ਮੇਨਟੇਨ ਕਰਨ ਦੇ ਲਈ ਚਲੋ ਉਹਨਾਂ ਨੂੰ ਇਹ ਕਹਿੰਦੇ ਕਿ ਮੇਨਟੇਨ ਅਸੀਂ ਕਰਦੇ ਹਾਂ, ਇਸ ਕਰਕੇ ਸਾਨੂੰ ਪੈਸਾ ਕੰਡੀਸ਼ਨਸ ਤੱਕ ਲੱਗੇ ਹੋਏ ਨੇ। ਹਾਂ, ਬਹੁਤ 5 ਸਟਾਰ ਹੋਟਲ ਵਰਗੀ ਫੀਲਿੰਗ ਹੈ ਤੁਹਾਨੂੰ, ਤੁਸੀਂ ਜਾਓਗੇ ਤਾਂ। ਮੈਂ ਉਹੀ ਕਹਿੰਦਾ ਕਿ ਜੇ ਤੁਸੀਂ ਲੁਧਿਆਣਾ ਅੰਮ੍ਰਿਤਸਰ ਦਾ ਜਿਹੜਾ ਇਨਫਰਾਸਟ੍ਰਕਚਰ ਉਹ ਤੋਂ 5 ਸਟਾਰ ਵਰਗੀ ਫੀਲਿੰਗ ਲੈਣੀ ਹੈ, ਫਿਰ GST ਤਾਂ ਥੋੜਾ ਜਿਹਾ ਦੇਣਾ ਹੀ ਪੈਣਾ। ਚਲੋ ਸਾਨੂੰ ਅਸੀਂ ਗੁਰੂ ਕੀ ਦੇਗ ਦੇ ਉੱਤੇ ਕਹਿੰਦੇ ਤੁਸੀਂ ਮਾਫ ਕਰ ਦਿੱਤਾ, ਬਹੁਤ ਸੋਹਣੀ ਗੱਲ ਹੈ। ਲੰਗਰ ਦੇ ਉੱਤੇ ਕਹਿੰਦੇ ਮਾਫ ਕਰ ਦਿੱਤਾ, ਬਹੁਤ ਸੋਹਣੀ ਗੱਲ ਹੈ। ਪਰ ਸਰਕਾਰ ਜੇ ਲਾਉਣਾ ਚਾਹੁੰਦੀ ਹੈ ਤੇ ਜਿੱਦਾਂ ਹੁਣ ਗੁਰੂ ਰਾਮਦਾਸ ਦਿੱਤੇ ਅਸੀਂ 1200 ਰੁਪਈਆ ਦਿੰਨੇ ਆ ਜਾ ਕੇ, ਜੇ 100 ਰੁਪਈਆ GST ਲਈ ਵੀ ਚਲੇ ਜਾਊਗਾ 1200 ਦੇ ਵਿੱਚੋਂ, ਇਹ 1100 ਕਰ ਲੈਣਾ ਆਪਣਾ ਰੇਟ ਤੇ 100 ਰੁਪਈਆ GST ਲਈ ਚੱਲ ਜਾਵੇ, ਤੇ ਉਹ ਇਨਫਰਾਸਟ੍ਰਕਚਰ ਵੀ ਸਰਕਾਰ ਵੀ ਡਿਵੈਲਪ ਕਰ ਸਕਦੀ ਹੈ। ਕਿਉਂਕਿ ਹੁਣ ਤਾਂ ਇਹ ਜਿਹੜਾ ਇਦਾਂ ਦੇ ਲੋਕਲ ਜਿਹੜੇ GST ਲੱਗਦੇ ਨੇ ਉਹ ਸਰਕਾਰ ਕੋਲੇ ਰਹਿੰਦੇ ਨੇ, ਪੰਜਾਬ ਸਰਕਾਰ ਕੋਲੇ, ਤੇ ਅਸੀਂ ਕਹਿ ਸਕਦੇ ਹਾਂ ਫਿਰ ਉਹਦੇ ਨਾਲ ਡਿਵੈਲਪ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਨੂੰ ਦੁਬਾਰਾ। ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਜੇ ਆਪਾਂ ਇਸ ਪੱਖ ਨੂੰ ਦੇਖੀਏ, ਪਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਹੈ ਉਹ ਇਹ ਹੈ ਕਿ ਜਿਹੜਾ ਵੀ ਪੈਸਾ ਅਸੀਂ ਲੈਂਦੇ ਆ ਉਹ ਮੇਨਟੇਨੈਂਸ ਵਾਸਤੇ ਆ, ਅਸੀਂ ਕੋਈ ਪ੍ਰੋਫਿਟ ਨਹੀਂ ਲੈਂਦੇ। ਜੇ ਅਸੀਂ ਪ੍ਰੋਫਿਟ ਲੈਂਦੇ ਹੋਈਏ ਤਾਂ ਅਸੀਂ ਟੈਕਸ ਦੇਣ ਵਾਸਤੇ ਜ਼ਰੂਰੀ ਲਾਇਬਲ ਹੋ ਜਾਂਦੇ ਆ, ਪਰ ਜਦੋਂ ਅਸੀਂ ਪ੍ਰੋਫਿਟ ਨਹੀਂ ਲੈਂਦੇ, ਔਰ ਤੁਸੀਂ ਇਹ ਚੈੱਕ ਕਰ ਸਕਦੇ ਹੋ, ਉਹਨਾਂ ਨੇ ਇਹ ਓਪਨ ਕਿਹਾ ਹੈ, ਤੁਸੀਂ ਇਹ ਚੈੱਕ ਕਰ ਸਕਦੇ ਹੋ, ਕੋਈ ਮੁਨਾਫਾ ਨਹੀਂ ਲਿੱਤਾ ਜਾਂਦਾ, ਗੁਰੂ ਦਾ ਘਰ ਹੈ, ਸਾਰੇ ਆਉਂਦੇ ਨੇ, ਬਾਹਰੋਂ ਲੋਕ ਆਉਂਦੇ ਨੇ, ਅਸੀਂ ਉਹਨਾਂ ਦੇ ਜੋ ਖਰਚਾ ਹੋ ਰਿਹਾ, ਬਿਜਲੀ ਦੇ ਬਿੱਲ ਵੀ ਦੇਣੇ ਨੇ, ਸਭ ਕੁਝ ਦੇਣਾ, ਮੇਨਟੇਨੈਂਸ ਦਾ ਖਰਚਾ ਹੀ ਅਸੀਂ ਬਿਲਕੁਲ ਸਹੀ ਗੱਲ ਹੈ। ਪਰ ਇੱਕ ਪੁਆਇੰਟ ਇਹ ਵੀ ਕੰਸੀਡਰੇਬਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਉੱਥੇ ਆ ਰਿਹਾ ਹੈ ਤੇ ਜੋ ਟੈਕਸ ਦੇ ਵੀ ਰਿਹਾ ਤੇ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਹਾਂ, ਮੈਂ ਇਹ ਕਹਿ ਰਿਹਾ ਸੀ ਗੁਰੂ ਕੇ ਲੰਗਰ ਦੇ ਉੱਤੇ ਟੈਕਸ ਨਹੀਂ ਹੋਣਾ ਚਾਹੀਦਾ ਸੀਗਾ, ਪਰ ਜੇ ਅਸੀਂ ਇੰਨੀ ਲਗਜ਼ਰੀ ਸਰਾਂ ਦੇ ਵਿੱਚ ਕੋਈ ਰਹਿ ਸਕਦਾ ਹੈ ਤੇ ਉਹ GST ਵੀ ਤਾਂ ਦੇ ਹੀ ਸਕਦਾ। ਨਹੀਂ, GST ਦੇ ਸਕਦਾ, ਪਰ ਉਹ ਪਿਰਤ ਦੂਸਰੀ ਪੈ ਜਾਏਗੀ ਨਾ। ਉਹ ਇਹ ਚਾਹੁੰਦੇ ਨੇ ਕਿ ਜਿਹੜੇ ਇਹ ਸਾਰੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਕਮਰਸ਼ੀਅਲ ਐਂਗਲ ਨਾਲ ਨਾ ਦੇਖੇ ਗਵਰਨਮੈਂਟ, ਔਰ ਉਹਨਾਂ ਨੂੰ ਹਰ ਤਰ੍ਹਾਂ ਦੇ ਟੈਕਸ। ਪਰ ਮੈਂ ਉਹੀ ਗੱਲ ਕਹਿ ਰਿਹਾ ਕਿ ਦੇਖੋ ਇੱਕ ਨਾ ਸਾਡੀ ਮਜਬੂਰੀ ਆ ਕਿ ਹੁਣ ਪੈਸੇ ਦੇ ਨਾਲ ਹੀ ਸਭ ਕੁਝ ਚੱਲਦਾ ਆ। ਜੇ ਦਰਬਾਰ ਸਾਹਿਬ ਦੇ ਕੋਲੇ ਪੈਸਾ ਨਹੀਂ ਹੋਊਗਾ ਤੇ ਦਰਬਾਰ ਸਾਹਿਬ ਵੀ ਇੰਨਾ ਸੋਹਣਾ ਆਲੀਸ਼ਾਨ ਨਹੀਂ ਬਣ ਸਕਦਾ, ਹੈ ਨਾ। ਲੰਗਰ ਵੀ ਨਹੀਂ ਚੱਲੇਗਾ ਦਿਨ ਰਾਤ 24 ਘੰਟੇ। ਤੇ ਇਹੀ ਚੀਜ਼ ਆ ਕਿ ਜੇ ਇਨਫਰਾਸਟ੍ਰਕਚਰ ਬਿਲਡ ਕਰਨਾ ਤੇ ਛੋੜੀਆਂ, ਮੈਂ ਉਹੀ ਕਹਿੰਦਾ ਵੀ ਥੋੜਾ ਘੱਟ ਲਾ ਦੇਣ। ਆਪਾਂ ਇਹੀ ਕਹਿੰਦੇ ਗੁਰੂ ਦਾ ਘਰ ਦੇਖ ਕੇ ਘੱਟ ਲਾ ਦੇਣ, ਪਰ ਜੇ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਵੈਲ ਬੀਂਗ ਰੋਡ ਜਾਣ, ਉਹ ਸਰਕਾਰ ਉੱਥੇ ਪ੍ਰੋਪਰ ਪਾਣੀ ਦੇਵੇ, এনवायरमेंट ਪ੍ਰੋਪਰ ਹੋਵੇ, ਤਾਂ ਫਿਰ ਪੈਸਾ ਤਾਂ ਉਹਨਾਂ ਨੂੰ ਵੀ ਚਾਹੀਦਾ ਨਾ ਸੰਜੀਵ ਜੀ। ਜੇ ਅਸੀਂ 1200-1400 ਦੀ ਕੋਈ ਸਰਾਂ ਲੈ ਕੇ ਰਹਿ ਸਕਦਾ ਆ ਤੇ ਉਹ ਜੇ ਉਹ 50 ਰੁਪਏ ਉਹਦੇ 10 ਰੁਪਏ ਜਾਂ 20 ਰੁਪਏ GST ਲਈ ਜਾਣਦੇ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਕੋਈ ਹਰਜ ਹੋ ਸਕਦਾ ਕਿਸੇ ਨੂੰ। ਹਾਂ, ਜਾਂ ਤਾਂ ਫਿਰ ਇਦਾਂ ਦਾ ਹੋਵੇ ਕਿ ਸਪੈਸ਼ਲ ਹੈੱਡ ਰੱਖਿਆ ਜਾਵੇ ਗਵਰਨਮੈਂਟ ਵੱਲੋਂ ਕਿ ਜਿਹੜਾ GST ਅਸੀਂ ਸ਼੍ਰੀ ਦਰਬਾਰ ਸਾਹਿਬ ਤੋਂ ਲੈਂਦੇ ਆ, ਕਲੈਕਟਿੰਗ ਕਰ ਰਹੇ ਹਾਂ, ਉਹ ਉਸ ਤੇ ਪੈਰੀਫੇਰੀ ਚ ਲੱਗੇਗਾ। ਔਰ ਇਹ ਜਿਹੜਾ ਹੈੱਡ ਆ ਇਹ ਕਾਮਨ ਨਹੀਂ ਹੈਗਾ, ਇਹ ਡੈਡੀਕੇਟਿਡ ਟੂ ਦਰਬਾਰ ਸਾਹਿਬ ਹੈ, ਜਿਹੜੀ ਦਰਬਾਰ ਸਾਹਿਬ ਔਰ ਅੰਮ੍ਰਿਤਸਰ ਕਹਿ ਸਕਦੇ, ਅੰਮ੍ਰਿਤਸਰ ਹੈ, ਜਿਹੜੇ ਰਸਤੇ ਜਾਂਦੇ ਨੇ ਦਰਬਾਰ ਸਾਹਿਬ ਨੂੰ, ਔਰ ਉਹ ਸਾਰੀਆਂ ਸੜਕਾਂ, ਉਹ ਸਭ ਕੁਝ ਉਹਦੇ ਵਾਸਤੇ ਖਰਚਿਆ ਜਾਏਗਾ। ਇੱਕ ਨਾ ਮੈਂ ਵੀ ਕਹਿ ਰਿਹਾ ਕਿ ਬੇਸਿਕ ਐਂਟੀਟੀ ਆ, ਕਿੰਨੇ ਸ਼ਰਧਾਲੂ ਆਉਂਦੇ ਆ, ਦੁਨੀਆ ਤੋਂ ਆਉਂਦੇ ਨੇ, ਤੇ ਸਰਕਾਰ ਦੇ ਕੋਲ ਵੀ ਇਹੀ ਆਪਸ਼ਨ ਹੁੰਦਾ ਹੈ ਕਿ ਉਹ ਐਟਲੀਸਟ ਥੋੜਾ ਜਿਹਾ ਉਸ ਤੋਂ ਕਮਾ ਲੈਣ। ਉੱਥੇ ਜਿਹੜੇ ਬਾਹਰ ਦੁਕਾਨ ਲਾ ਕੇ ਬੈਠੇ ਆ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਕਮਾ ਲਈਏ ਨਾ। ਦਰਬਾਰ ਸਾਹਿਬ ਵਾਲਿਆਂ ਨੂੰ ਵੀ ਹੁੰਦਾ ਕਿ ਸ਼ਰਧਾਲੂ ਆ ਰਹੇ ਆ ਸਾਡੇ ਕੋਲੇ ਨਾ। ਮੈਂ ਉਹੀ ਕਹਿ ਰਿਹਾ ਕਿ ਇੱਕ ਸਾਡੀ ਮਜਬੂਰੀ ਆ ਕਿ ਪੈਸਾ ਜ਼ਰੂਰੀ ਆ, ਅਸੀਂ ਥੋੜੀ ਉਸ ਦਰ ਨੂੰ ਘੱਟ ਕਰ ਸਕਦੇ, ਸਲੈਬ ਘੱਟ ਕਰ ਲਓ, ਇਹਦੇ 'ਚ ਕੋਈ ਨਹੀਂ ਹੈਗਾ। ਕਿਉਂਕਿ ਹੁਣ ਤਾਂ ਮੈਨੂੰ ਲੱਗਦਾ ਕਿ ਸੈਂਟਰ ਨੇ ਕਹਿ ਦਿੱਤਾ ਵੀ ਨਿਰਾ ਤੁਸੀਂ ਆਪ ਕਮਾਓ ਤੇ ਆਪ ਹੀ ਖਾਓ, ਫਿਰ ਇਸ ਕਰਕੇ ਜਿਹੜਾ SGST ਲੱਗਣਾ ਆ ਉਹ ਸਾਡਾ ਆਪਣਾ ਆ, ਅਸੀਂ ਫਿਰ ਸਾਡੀ ਗਵਰਨਮੈਂਟ ਸਾਰੀ ਨਾ ਕਰ ਸਕਦੀ ਹੈ। ਔਰ ਉਹਦੇ ਵਾਸਤੇ ਠੀਕ ਰਹੇਗਾ ਕਿ ਇੱਕ ਹੈੱਡ ਸਪੈਸ਼ਲ ਕਰ ਦਿੱਤਾ ਜਾਵੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦਾ ਹੈੱਡ ਹੋਵੇ, ਔਰ ਜਿਹੜਾ ਪੈਸਾ ਉੱਥੋਂ ਆਵੇ ਉਹ ਪਰਟੀਕੂਲਰਲੀ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਦੀ ਫੈਸਿਲਿਟੀ ਵਾਸਤੇ, ਕਿਉਂਕਿ ਦੂਰੋਂ ਆਉਂਦੇ ਨੇ ਹਰਿਮੰਦਰ ਸਾਹਿਬ ਸਾਰੇ, ਤਾਂ ਇਸ ਕਰਕੇ ਪਰਟੀਕੂਲਰਲੀ ਉਹਦੀ ਦੇਖ ਰੇਖ ਵਾਸਤੇ ਜਿਹੜਾ ਖਰਚ ਕਰਨਾ ਸਰਕਾਰ ਵੱਲੋਂ ਉਹਦੇ ਵਾਸਤੇ ਹੋਣਾ ਹੋ। ਮੈਨੂੰ ਲੱਗਦਾ ਹੁੰਦਾ ਕਿ ਗੁਰੂ ਕੀ ਗੋਲਕ ਦੇ ਉੱਤੇ GST ਨਹੀਂ ਹੋਣਾ ਚਾਹੀਦਾ, ਉਹ ਤਾਂ ਹੋਣਾ ਹੀ ਨਹੀਂ ਚਾਹੀਦਾ। ਫਿਰ ਜਿਹੜੇ ਹੁਣ ਅਸੀਂ ਅਕਾਊਂਟਸ ਮੇਨਟੇਨ ਕਰਦੇ ਆ ਐਟਲੀਸਟ ਬਾਹਰ, ਜਿੱਦਾਂ ਹੁਣ ਮੈਂ 5 ਸਟਾਰ ਹੋਟਲ ਵਰਗੀ ਸਨਾਨ ਦੀ ਗੱਲ ਕਰਦਾ, ਉੱਥੇ ਤੁਸੀਂ ਵੱਖਰੇ ਪੈਸੇ ਲੈਣੇ, ਹੱਥੀਂ ਪੈਸੇ ਫੜਦੇ ਹੋ, ਹੈ ਨਾ। ਉਹ ਇਹ ਤਾਂ ਹੈ ਨਹੀਂ ਆ ਕਿ ਤੁਸੀਂ ਲੋਕਾਂ ਨੂੰ ਕਹਿ ਰਹੇ ਆ ਵੀ ਅਸੀਂ ਤੁਹਾਡੇ ਕੋਲ ਪੈਸਾ ਨਹੀਂ ਲੈਣਾ, ਅਸੀਂ ਤੁਹਾਡੇ ਲਈ ਆ ਮੁਨਾਫਾ ਨਹੀਂ ਹੈਗਾ ਕੋਈ। ਉਹ 'ਚ ਮੁਨਾਫਾ ਤਾਂ ਆਉਂਦਾ ਹੀ ਆ, ਓਬਵੀਅਸ ਮੁਨਾਫਾ ਤਾਂ ਹੈ। ਜਿੱਥੇ ਤੁਹਾਨੂੰ ਮੁਨਾਫਾ ਹੋ ਰਿਹਾ ਕਿਸੇ ਨਾ ਕਿਸੇ ਤਰੀਕੇ, ਚਾਹੇ ਉਹ ਤੁਸੀਂ ਮੇਨਟੇਨੈਂਸ 'ਤੇ ਲਾ ਰਹੇ ਹੋ ਪੈਸਾ, ਤੁਸੀਂ ਤਨਖਾਹਾਂ ਦੇ ਰਹੇ ਹੋ, ਇੱਕ ਪ੍ਰੋਪਰ ਇੱਕ ਸਿਸਟਮ ਚੱਲ ਰਿਹਾ, ਜੇ ਉਸ ਸਿਸਟਮ ਦੇ ਵਿੱਚ ਗਵਰਨਮੈਂਟ ਨੂੰ ਲੋੜ ਹੈ ਤੁਹਾਡੇ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ, ਤੇ ਉਹਦੇ ਕੋਲ ਸਲੈਬ ਕੱਟ ਕਰਕੇ ਲੱਗ ਵੀ ਸਕਦਾ ਕੋਈ। ਬਿਲਕੁਲ, ਇੱਥੇ ਕਲੈਰਿਟੀ ਚਾਹੀਦੀ ਹੈ, ਗੱਲਬਾਤ ਹੋਣੀ ਚਾਹੀਦੀ ਹੈ, ਔਰ ਗਵਰਨਮੈਂਟ ਦੇ ਆਫੀਸ਼ੀਅਲਸ ਨਾਲ ਬੈਠ ਕੇ ਇੱਕ ਮੀਟਿੰਗ ਕਰਕੇ ਗੱਲਬਾਤ ਹੋਣੀ ਚਾਹੀਦੀ, ਕਿਉਂਕਿ ਇਹ ਸਪੈਸ਼ਲ ਕੇਸ ਆ, ਇਹਨੂੰ ਆਪਾਂ ਜਨਰਲ ਨਹੀਂ ਲੈ ਸਕਦੇ। ਇਟਸ ਅ ਫੋਕਸਡ ਕੇਸ ਕਿ ਦਰਬਾਰ ਸਾਹਿਬ ਤੋਂ ਜਿਹੜੀ GST ਦੀ ਗੱਲ ਹੋ ਰਹੀ ਹੈ ਕਲੈਕਸ਼ਨ ਦੀ, ਉਹਦਾ ਕੀਤਾ ਕੀ ਜਾਏਗਾ,
ਜੇ GST ਫ੍ਰੀ ਕਰਨਾ ਹੈ ਤਾਂ ਉਹਦੇ ਕੀ ਰੀਜ਼ਨਸ ਹੋਣਗੇ। ਮਤਲਬ ਇਹ ਇੱਕ ਪ੍ਰੋਪਰ ਡਿਸਕਸ਼ਨ ਮੰਗਦਾ ਹੈ ਸਬਜੈਕਟ, ਜਿਹਦੇ ਉੱਤੇ ਐਕਸਪਰਟਸ। ਮੈਨੂੰ ਲੱਗਦਾ ਫਿਰ ਵਾਕਈ ਡਿਸਕਸ਼ਨ ਤਾਂ ਮੰਗਦਾ, ਪਰ ਹੁਣ ਸਾਡੀ ਡਿਸਕਸ਼ਨ ਖਤਮ ਕਰੀਏ। ਸਾਡੀ ਡਿਸਕਸ਼ਨ ਆਪਾਂ ਇੱਥੇ ਬਾਣੀ ਨੂੰ ਵਿਰਾਮ ਦਿੰਦੇ ਹਾਂ, ਜਿਵੇਂ ਕਿਹਾ ਜਾਂਦਾ ਜੀ। ਅਸੀਂ ਵਾਅਦਾ ਕਰਦੇ ਹਾਂ ਕਿ ਫਿਰ ਆਵਾਂਗੇ ਨਵੇਂ ਮੁੱਦੇ ਲੈ ਕੇ, ਪਰ ਤੁਸੀਂ ਸਾਨੂੰ ਇਨਬਾਕਸ ਕਰਿਆ ਕਰੋ ਆਪਣੇ ਵਿਚਾਰ ਕਿ ਤੁਸੀਂ ਕੀ ਸੋਚਦੇ ਹੋ ਸਾਡੇ ਇਸ ਪ੍ਰੋਗਰਾਮ ਬਾਰੇ। ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।